पढ़ रहे हैं यार। राग गौड़ी माला मेला पंजवा। एक ओंकार सतगुर प्रसाद पायो बाल बुध सुख रे। पायो बाल बुध सुख रे। हरख सोग हान मिरत दुख सुख चित समसर गुर मिले। हरख सोग हान मिरत दुख सुख चित समसर गुर मिले। रहा जाओ लो हाउ किछ सोचों चितवों ताओ लो दुख न परे। जाओ कृपाल गुर पूरा पेटिया ताओ नानक ताओ आनंद सहजे। जाओ कृपाल गुर पूरा भेटिया ताओ आनंद सहजे। जेती सियानप कर्म हाउ किए ते ते बंध परे। जाओ साधु कर मस्तक रखियो तब हम मुक्त पए। जाओ लो मेरो मेरो कर तो ताओ लो बिख केरे। मन तन बुध अर्पी ठाकुर को तब हम सहज सोए। जाओ लो पोट उठाई चलियो तो लो डान परे। पोट डार गुरपुरा मिलिया तो नानक निरपए। जाओ लो पोट उठाई चलियो तो लो डान परे। पोट डार गुरपुरा मिलिया तो नानक निरपए। वाहिगुरु जी का खालसा वाहिगुरु जी की फतेह। ਏਦਾਂ ਲੱਗਿਆ ਵੀ ਮੈਂ ਉਹ ਰੈਂਡਮ ਜਿਹਾ ਚੱਕਿਆ ਹੈ ਕੋਈ ਇੱਥੇ ਵਿਚਾਰ ਕਰਨ ਵਾਲਾ ਵੀ ਸ਼ਬਦ ਹੈ। ਇਹਦੇ ਚ ਥਾਂ ਬਹੁਤ ਹੈ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ
करता पुरख निरभਉ निर्वैर अकाल मूरत अजूनी सैभं गुर प्रसाद। एक ओंकार सतनाम करता पुरख निरभਉ निर्वैर अकाल मूरत अजूनी सैभं गुर प्रसाद। वाहिगुरु 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 वाहिगुरु। वाहिगुरु जी का खालसा वाहिगुरु जी की फतेह। हाँ जी काश सिंह जी। थैंक यू। एक ओंकार सतगुर प्रसाद। सूही महला पहला घर छेवां। उजल कहाँ चिलकना कुटम कालड़ी मस। तोतियां झूठ न उतरै जे सौ तोआं तिस। सज्जन सेई नाल मैं चलदियां नाल ਚੱਲਣ। ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਣ ਰਹਾਉ। ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ ਹਾਂ। ਟੱਠੀਆਂ ਕੰਮ ਨਾ ਆਵਣੀ ਵਿੱਚੋਂ ਸਖਣੀਆਂ। ਬੰਗਾ ਬੰਗੇ ਕੱਪੜੇ ਤੀਰਥ ਮੰਜਵ ਸਨ। ਘੁੱਟ ਘੁੱਟ ਜੀਆਂ ਖਾਵਣੇ ਬੱਗੇ ਨਾ ਕਈਨ। ਸਿੰਬਲ ਰੁੱਖ ਸਰੀਰ ਮੈਂ ਜਨ ਦੇਖ ਭੁਲਨ। ਸੇ ਫਲ ਕਮ ਨ ਆਵੀ ਤੇ ਗੁਣ ਮੈਂ ਤਨ ਹਨ। ਅੰਧਲੇ ਭਾਰ ਉਠਾਇਆ ਡੂਗਰ ਵਾਟ ਬਹੁਤ। ਅੱਖੀਂ ਲੋੜੀ ਨਾ ਲਹਾਂ ਹਉ ਚੜ ਲੰਗਾ ਕਿਤ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਨਾਨਕ ਨਾਮ ਸੰਭਾਲ ਤੂੰ ਬੱਦਾ ਛੁਟੇ ਜਿਤ। ਚਾਕਰੀਆਂ ਚੰਗਿਆਈਆਂ ਅਵਰ ਸਿਆਣਪ ਕਿਤ। ਨਾਨਕ ਨਾਮ ਸੰਭਾਲ ਤੂੰ ਬੱਦਾ ਛੁਟੇ ਜਿਤ। ਨਾਨਕ ਨਾਮ ਸੰਭਾਲ ਤੂੰ ਨਾਮ ਸੰਭਾਲ ਤੂੰ ਬੱਦਾ ਛੁਟੇ ਜਿਤ। ਵਾਹਿਗੁਰੂ ਜੀ ਕਾ ਖਾਲਸਾ वाहिगुरु जी की वाह जी वाह। हाँ जी प्यारे जी। हाँ जी थैंक यू। चली चलो ਚੱਲਦਾ ਚੱਲਦਾ। ਇਸ ਸ਼ਬਦ ਵਿੱਚ ਮਾੜੀ ਜੀ ਗੱਲ ਸਮਝ ਆਈ ਹੈ ਵੀ ਇਹ ਸ਼ਬਦ ਬੜਾ ਜ਼ਿਆਦਾ ਮੈਟਾਫੋਰਿਕ ਜਿਹਾ ਸ਼ਬਦ ਹੈ। ਮੈਟਾਫੋਰਿਕ ਸੱਚ
ਕਿ ਗੁਰੂ ਸਾਹਿਬ ਨੇ ਸੰਸਾਰੀ ਐਨਾਲੋਜੀ ਵਰਤੀ ਆ ਤੇ ਮੈਟਾਫੋਰਿਕ ਤੇ ਵਰਲਡਲੀ ਜਿਹੜਾ ਜੀਵਨ ਆ ਇਹਦੇ ਦੋ ਵੱਖਰੇ ਵੱਖਰੇ ਆ। ਕਿ ਜਦੋਂ ਕੋਈ ਆਤਮਿਕ ਗੱਲ ਕਰਨੀ ਆ ਤੇ ਗੁਰੂ ਸਾਹਿਬ ਉਹ ਫਿਜ਼ੀਕੈਲਿਟੀ ਦੀ ਗੱਲ ਕਰਦੇ ਨੇ, ਜਿਹੜੀਆਂ ਚੀਜ਼ਾਂ ਫਿਜ਼ੀਕਲੀ ਐਗਜ਼ਿਸਟ ਕਰਦੀਆਂ ਨੇ। ਤੇ ਜਿਹੜੀ ਸਪਿਰਿਚੁਅਲਿਟੀ ਆ ਇਹ ਇੱਕ ਕਿਸਮ ਦੀ ਮੈਟਾਫੋਰਿਕ ਆ ਤੇ ਇਹਦੇ ਵਿੱਚ ਫਿਜ਼ੀਕਲਿਟੀ ਜਿਹੜੀ ਹੈ ਇੰਨੀ ਕਾਮਨ ਨਹੀਂ ਹੈਗੀ, ਪਰ ਕਨਸੈਪਚੁਅਲ ਜਿਹੜਾ ਨਾ ਕਾਨਸੈਪਟ ਜਿਹੜਾ ਨਾ ਉਹ ਬਹੁਤ ਜ਼ਿਆਦਾ ਸਾਂਝੀਆਂ ਚੀਜ਼ਾਂ ਜਿਹੜੀਆਂ ਬਹੁਤ ਜ਼ਿਆਦਾ ਇਕੱਠੀਆਂ ਨੇ ਜੇ ਸਪਿਰਿਚੁਅਲਿਟੀ ਨੂੰ ਸਮਝਣਾ ਹੋਵੇ ਤਾਂ। ਅੱਛਾ, ਹੁਣ ਗੁਰੂ ਸਾਹਿਬ ਨੇ ਜਿਹੜੀ ਗੱਲ ਕੀਤੀ ਆ ਉਹ ਕਿਤੇ ਵੀ ਇਹ ਜਿਹੜਾ ਮਨੁੱਖ ਹੈ ਨਾ ਇਹ ਸਰਮੋਰ ਆ। ਤੇ ਮੈਨੂੰ ਯਾਦ ਆ ਵੀ ਸਾਡੇ ਘਰਾਂ ਦੇ ਵਿੱਚ ਭਾਂਡੇ ਨਾ ਟੋਕਰੀਆਂ 'ਚ ਪਏ ਹੁੰਦੇ ਸੀ ਤੇ ਜਿਹੜਾ ਕਹਿ ਦਾ ਭਾਂਡਾ ਨਾ ਉਹ ਸਾਰਿਆਂ ਭਾਂਡਿਆਂ 'ਚੋਂ ਸਰਮੋਰ ਹੁੰਦਾ ਸੀ, ਸੋਹਣਾ ਤੇ ਲਿਸ਼ਕਣਾ ਲੱਗਦਾ ਹੈ। ਇਸੇ ਤਰ੍ਹਾਂ ਜਿਹੜਾ ਮਨੁੱਖ ਆ ਇਹ ਸਾਰੀ ਕਾਇਨਾਤ ਦੇ ਵਿੱਚ ਸੋਹਣਾ ਵਾ, ਪਰਬਲ ਆ, ਹਾਂਜੀ, ਤਾਕਤਵਰ ਆ, ਪਰ ਇਹਦੇ ਵਿੱਚ ਇੱਕ ਖਾਮੀ ਹੈਗੀ। ਹੁਣ ਇੱਥੇ ਇਹ ਨਹੀਂ ਕਿ ਗੁਰੂ ਸਾਹਿਬ ਕਹਿਣ ਦੇ ਭਾਂਡੇ ਨੂੰ ਨਿੰਦਣਾ ਚਾਹੁੰਦੇ ਨੇ, ਪਰ ਗੁਰੂ ਸਾਹਿਬ ਨੇ ਕਹਿਣ ਦੇ ਭਾਂਡੇ ਦੀ ਐਨਾਲੋਜੀ ਵਰਤੀ ਹੋਈ ਆ ਕਿ ਜਿਹੜਾ ਕਹਿ ਨਾ ਉਹਦਾ ਅਸਲ 'ਚ ਜਿਹੜੀ ਧਾਤ ਦਾ ਬਣਿਆ ਹੁੰਦਾ ਉਹ ਗਿਲਟ ਹੁੰਦੀ ਆ ਤੇ ਗਿਲਟ ਦੇ ਵਿੱਚ ਜਿਹੜੀ ਕਾਰਬਨ ਜਿਹੜੀ ਹੁੰਦੀ ਆ ਉਹ ਮਿਕਸ ਹੋਈ ਹੁੰਦੀ ਆ। ਤੇ ਤੁਸੀਂ ਕੋਈ ਵੀ ਮਨੁੱਖ ਜਦੋਂ ਕਹਿਣ ਦੇ ਭਾਂਡੇ ਨੂੰ ਧੋ ਲਵੇ, ਸੁਕਾ ਲਵੇ, ਸਵਾਹ ਨਾਲ ਮਾਂਜ ਲਵੇ, ਫਿਰ ਧੋ ਲਏ, ਤੇ ਜਦੋਂ ਉਹਦੇ ਵਿੱਚੋਂ ਸਟਰੀਕ ਮਾਰਦੇ ਨੇ, ਉਂਗਲ ਖਿੱਚ ਕੇ ਰਬ ਕਰਦੇ ਨੇ, ਤੇ ਉਹ ਜਿਹੜੀ ਕਾਲਖ ਆ ਨਾ ਉਹ ਉਂਗਲ ਨੂੰ ਲੱਗ ਜਾਂਦੀ ਹੈ। ਤੇ ਸਿਮਿਲਰਲੀ ਜਿਹੜਾ ਮਨੁੱਖ ਆ ਨਾ ਇਹ ਵੇਖਣ ਨੂੰ ਤੇ ਬੜਾ ਸੁੰਦਰ ਹੈ, ਪਰ ਇਹਦੇ ਮਨ ਨੂੰ ਕਾਲਖ ਲੱਗੀ ਹੋਈ ਹੈ। ਤੇ ਗੁਰੂ ਸਾਹਿਬ ਕਹਿੰਦੇ ਨੇ ਵੀ ਜਿਸ ਤਰ੍ਹਾਂ ਕਹਿੰਦੇ ਭਾਂਡੇ ਨੂੰ ਜਿੰਨਾ ਮਰਜ਼ੀ ਧੋ ਲਓ, ਮਾਂਜ ਲਓ, ਉਹ ਕਾਲਖ ਨਹੀਂ ਛੱਡਦਾ। ਤੇ ਇਸੇ ਤਰ੍ਹਾਂ ਮਨੁੱਖ ਜਿਹੜਾ ਨਾ ਇਹ ਵੀ ਵਿਕਾਰਾਂ ਰੂਪੀ ਕਾਲਖ ਨੂੰ ਨਹੀਂ ਛੱਡਦਾ। ਵੀ ਜਿਸ ਤਰ੍ਹਾਂ ਕਹਿੰਦੇ ਭਾਂਡੇ ਦੇ ਵਿੱਚ ਕਾਲਖ ਜਿਹੜੀ ਆ ਸਟੱਡ ਹੋਈ ਪਈ ਹੈ, ਉਹਦੇ ਵਿੱਚ ਪ੍ਰੈਜੈਂਟ ਆ ਹਮੇਸ਼ਾ ਵਾਸਤੇ। ਤੇ ਇਸੇ ਤਰ੍ਹਾਂ ਜਿਹੜਾ ਮਨੁੱਖ ਆ ਉਹਦੇ ਮਨ ਨੂੰ ਵੀ ਕਾਲਖ ਲੱਗੀ ਹੋਈ ਆ। ਤੇ ਜਿੰਨਾ ਮਰਜ਼ੀ ਮਨੁੱਖ ਨਹਾਵੇ ਧੋਵੇ ਪਰ ਇਹ ਕਾਲਖ ਦੂਰ ਨਹੀਂ ਹੁੰਦੀ। ਤੇ ਗੁਰੂ ਸਾਹਿਬ ਕਹਿੰਦੇ ਵੀ ਜਿਹੜਾ ਹੌਲਾ ਬੰਦ ਆ ਉਹ 'ਚ ਗੁਰੂ ਸਾਹਿਬ ਜ਼ਿਆਦਾ ਧਿਆਨ ਦੇਣਾ ਚਾਹੁੰਦੇ ਨੇ ਕਿ ਮਨੁੱਖ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਟੂ ਲਿਵ ਏ ਸਕਸੈਸਫੁਲ ਜੀਵਨ। ਤੇ ਗੁਰੂ ਸਾਹਿਬ ਕਹਿੰਦੇ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ। ਇੱਥੇ ਸੱਜਣਾ ਦੀ ਗੱਲ ਹੋ ਰਹੀ ਆ, ਦੋਸਤਾਂ ਦੀ। ਅੱਛਾ, ਹੁਣ ਇਹ ਸੰਸਾਰਕ ਦੋਸਤ ਨਹੀਂ ਜਿੱਦਾਂ ਆਪਾਂ ਦੋਸਤ ਆ ਸਰਦਾਰ ਕਮਲਜੀਤ ਸਿੰਘ ਦੇ, ਜਾਂ ਆਪਾਂ ਇੱਕ ਦੂਜੇ ਨੂੰ ਆਪਸ ਵਿੱਚ ਜਾਣਦੇ ਆ। ਸਾਡੀ ਇਹ ਦੋਸਤੀ ਤੇ ਹੈ ਆ, ਪਰ ਇਹ ਸਾਡੇ ਨਾਲ ਨਹੀਂ ਚੱਲਦੀ। ਆਪਾਂ ਦੂਰ ਦੂਰ ਬੈਠੇ ਆ, ਜੇ ਕੋਈ ਸਾਡੇ ਵਿੱਚੋਂ ਟਰੈਵਲ ਕਰੇਗਾ ਤੇ ਉਹਦੇ ਜਿਹੜੇ ਇਮੀਡੀਏਟ ਫੈਮਿਲੀ ਆ, ਉਹਦੇ ਘਰ ਦੇ ਮੈਂਬਰ ਵੀ ਨਹੀਂ ਨਾਲ ਉਹਦੇ ਜਾਂਦੇ। ਦੋਸਤਾਂ ਦੀ ਗੱਲ ਤੇ ਦੂਰ ਆ, ਪਰ ਜਿਹੜੇ ਮਨੁੱਖ ਦੇ ਗੁਣ ਨੇ ਉਹ ਹਮੇਸ਼ਾ ਹੀ ਉਹਦੇ ਨਾਲ ਹੁੰਦੇ। ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨੇ ਸਤਿਗੁਰ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛਡਾਈ। ਹੁਣ ਜੇ ਗੁਰੂ ਨੂੰ ਸਰੀਰ ਕਰਕੇ ਵੇਖੀਏ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਤੇ ਗੁਰੂ ਗੋਬਿੰਦ ਸਿੰਘ ਇਸ ਸੰਸਾਰ ਵਿੱਚ ਮਤਲਬ ਐਗਜ਼ਿਸਟ ਕਰਦੇ ਸੀ, ਉਹ ਤੇ ਉਸ ਸਮੇਂ ਜੋ ਗੁਰੂ ਦੀ ਸਿੱਖਿਆ ਵਾ ਉਹ ਹੀ ਗੁਰੂ ਆ। ਤੇ ਜਦੋਂ ਕਿਸੇ ਮਨੁੱਖ ਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਆ ਵਸਦਾ ਵਾ ਤੇ ਜਿੱਥੇ ਜਿੱਥੇ ਸਿੱਖ ਜਾਏਗਾ ਉੱਥੇ ਉੱਥੇ ਉਹ ਹਿਰਦਾ ਤੇ ਉਹਦੇ ਵਿੱਚ ਉਹਦਾ ਵਸਿਆ ਹੋਇਆ ਗੁਰੂ ਦਾ ਸ਼ਬਦ ਉਹਦੇ ਨਾਲ ਚੱਲੇਗਾ। ਤੇ ਜਿੱਥੇ ਵੀ ਕੋਈ ਜਪ ਪਏਗਾ, ਵਿਕਾਰਾਂ ਰੂਪੀ ਜਪ ਪਏਗਾ, ਜਿਹੜੇ ਔਗਣ ਆ ਉਹ ਮਨੁੱਖ ਨੂੰ ਆ ਕੇ ਘੇਰਨਗੇ, ਤੇ ਉੱਥੇ ਗੁਰੂ ਦੁਆਰਾ ਦਿੱਤੀ ਜਿਹੜੀ ਗੁਰਮਤਿ ਆ ਨਾ ਉਹ ਉਹਦੀ ਮਦਦਗਾਰ ਬਣਦੀ ਆ, ਉਹਦੇ ਡਿਫੈਂਸ ਵਿੱਚ ਆਉਂਦੀ ਆ। ਤੇ ਸਿਮਿਲਰਲੀ ਗੁਰੂ ਸਾਹਿਬ ਉਹੀ ਗੱਲ ਕਰਨੀ ਚਾਹੁੰਦੇ ਨੇ ਵੀ ਜਿਹੜੇ ਮੇਰੇ ਗੁਣਾ ਰੂਪੀ ਸੱਜਣ ਨੇ, ਜਿਹੜਾ ਮੇਰਾ ਸਤ ਸੰਤੋਖ, ਮੇਰਾ ਉੱਚਾ ਆਚਰਨ, ਮੇਰੀ ਆਨਸਟੀ, ਕਿ ਮੇਰੇ ਨਿਰਮਲ ਭਾਵ, ਹਾਂਜੀ, ਤੇ ਮੇਰਾ ਦੂਜਿਆਂ ਪ੍ਰਤੀ ਸਤਿਕਾਰ, ਫੇਅਰਨੈਸ, ਆਨਸਟੀ, ਉਹ ਜਿਹੜੇ ਚੰਗੇ ਚੰਗੇ ਗੁਣ ਨੇ ਨਾ ਇਹ ਮੇਰੇ ਦੋਸਤ ਨੇ।
ਤੇ ਜਿੱਥੇ ਜਿੱਥੇ ਮੈਂ ਜਾਣਾ ਵਾਂ ਉੱਥੇ ਮੇਰੇ ਨਾਲ ਚੱਲਦੇ ਨੇ। ਅੱਛਾ, ਇਹ ਹੁੰਦਾ ਵੀ ਜਦੋਂ ਮਨੁੱਖ ਨੂੰ ਵਿਕਾਰ ਆ ਕੇ ਘੇਰਦੇ ਆ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਜੋ ਘੇਰ ਲੈਂਦੇ ਇਹਨੂੰ, ਇਹ ਤੇ ਹਮਲਾ ਹੁੰਦਾ। ਤੇ ਫਿਰ ਜਿਹੜੇ ਸੱਜਣ ਨੇ ਨਾ, ਜਿਸ ਤਰ੍ਹਾਂ ਜੇ ਕਾਮ ਘੇਰ ਲਵੇ ਤੇ ਉੱਥੇ ਮਨੁੱਖ ਕੋਲ ਉੱਚਾ ਆਚਰਨ ਹੈ, ਉਹਦਾ ਡਿਫੈਂਸ ਬਣਦਾ ਵਾ। ਜੇ ਮਨੁੱਖ ਨੂੰ ਲੋਭ ਆ ਕੇ ਘੇਰ ਲਏ, ਗਰੀਡ ਘੇਰ ਲਵੇ, ਉੱਥੇ ਇਹਦੇ ਕੋਲ ਕੰਟੈਂਟਮੈਂਟ ਹੈ, ਉੱਥੇ ਇਹਦੇ ਕੋਲ ਸੰਤੋਖ ਆ। ਹਾਂਜੀ, ਤੇ ਜਿੱਥੇ ਕਿਤੇ ਇਹਨੂੰ ਆ ਕੇ ਗੁੱਸਾ ਘੇਰ ਲੈਂਦਾ ਵਾ, ਉੱਥੇ ਇਹਦਾ ਜਿਹੜਾ ਸੁਭਾਅ ਆ ਪਿਆਰ ਵਾਲਾ, ਸਤਿਕਾਰ ਵਾਲਾ, ਉਹ ਕੰਮ ਆਉਣ ਲੱਗ ਜਾਂਦਾ। ਤੇ ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚੱਲਣ, ਇਹ ਗੁਣ ਐਸੇ ਸੱਜਣ ਨੇ ਜਿੱਥੇ ਜਿੱਥੇ ਮਨੁੱਖ ਜਾਏਗਾ ਉੱਥੇ ਉੱਥੇ ਇਹਦੇ ਨਾਲ ਚੱਲਦੇ ਨੇ। ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਿਸਣ ਰਹਾ। ਗੁਰੂ ਸਾਹਿਬ ਨੇ ਫਿਰ ਉਸੇ ਗੱਲ ਦੀ ਗੱਲ ਕੀਤੀ ਹੈ ਕਿ ਇਹ ਮਨੁੱਖ ਪਤਾ ਕਿੱਦਾਂ, ਕੋਠੇ ਮੰਡਪ ਮਾੜੀਆਂ ਪਾਸੋਂ ਚਿਤਵੀਆਂ। ਇਹ ਮਨੁੱਖ ਏਦਾਂ ਵਾ ਕਿ ਜਿੱਦਾਂ ਬਹੁਤ ਸੋਹਣੇ ਕੋਠੇ ਨੇ ਤੇ ਮਾੜੀਆਂ ਨੇ, ਚਬਾਰੇ ਨੇ, ਤੇ ਪਾਸ ਸਾਈਡ ਬਾਹਰੋਂ ਇਹ ਬੜੇ ਸੋਹਣੇ ਲੱਗਦੇ ਨੇ, ਰੰਗ ਤੇ ਕੀਤੇ ਹੋਏ, ਕਲੀਆਂ ਆਦਿ ਫੇਰੀਆਂ ਹੋਈਆਂ, ਓਕੇ, ਤੇ ਟੱਠੀਆਂ ਕੰਮ ਨਾਮਣੀ ਵਿੱਚੋਂ ਸਖਣੀਆਂ। ਭਾਵ ਜਦੋਂ ਮੇਰੇ ਸਰੀਰ ਰੂਪੀ ਕੋਠੇ ਮੰਡਪ ਮਾੜੀਆਂ ਨੂੰ ਜਿਹੜੀਆਂ ਬਾਹਰੋਂ ਸੋਹਣੀਆਂ ਲੱਗਦੀਆਂ ਨੇ, ਤੇ ਜਦੋਂ ਇੱਥੇ ਜਲਜਲਾ ਆਇਆ, ਵਿਕਾਰਾਂ ਦਾ ਜਲਜਲਾ ਆਇਆ, ਤੇ ਮੇਰੇ ਮਨ ਨੇ ਢਹਿ ਢੇਰੀ ਹੋ ਜਾਣਾ ਵਾ। ਕਿਉਂਕਿ ਇਹ ਸਖਣਾ ਸੀ। ਸਖਣਾ ਭਾਵ ਇਹਦੇ ਕੋਲ ਗੁਰੂ ਦੀ ਮੱਤ ਨਹੀਂ ਸੀ, ਇਹਦੇ ਕੋਲ ਗੁਣ ਨਹੀਂ ਸੀ ਹੈਗੇ, ਓਕੇ। ਤੇ ਜਦੋਂ ਹਨੇਰੀ ਆਈ ਉਹਨੇ ਢਾਹ ਢੂ ਕੇ ਤੇ ਪਰੇ ਮਾਰਿਆ। ਇਸ ਕਰਕੇ ਆਮ ਮੈਂ ਆਪਣੇ ਜੀਵਨ ਵਿੱਚ ਦਿਖਦਾ ਵਾਂ ਵੀ ਜਦੋਂ ਵਿਕਾਰਾਂ ਦੀ ਹਨੇਰੀ ਆਉਂਦੀ ਆ ਤੇ ਮਨ ਪਤਲਾ ਪੈ ਜਾਂਦਾ, ਇਹਦੇ ਕੋਲ ਕੋਈ ਡਿਫੈਂਸ ਹੀ ਨਹੀਂ ਹੈਗਾ, ਹਨਾ। ਤੇ ਬੜਾ ਫਿਰ ਬੇਇੱਜ਼ਤ ਬੜਾ ਹੁੰਦਾ, ਤੇ ਇਹਦਾ ਸਾਰਾ ਕੁਝ ਐਂ ਲੱਗਦਾ ਸਾਰਾ ਕੁਝ ਤਹਿਸ ਨਹਿਸ ਹੋ ਗਿਆ ਹੁੰਦਾ। ਨਾ ਇਹਦੇ ਕੋਲ ਸੰਸਾਰਿਕ ਜੀਵਨ ਰਹਿੰਦਾ ਵਾ, ਨਾ ਇਹਦੇ ਕੋਲ ਸਪਿਰਚੁਅਲ ਜੀਵਨ ਰਹਿੰਦਾ ਵਾ, ਸਾਰਾ ਸਤਿਆਨਾਸ਼ ਹੀ ਕਰ ਬੈਂਦਾ ਹੈ। ਤੇ ਗੁਰੂ ਸਾਹਿਬ ਨੇ ਇੱਕ ਹੋਰ ਗੱਲ ਕੀਤੀ ਵੀ ਜਿੱਥੋਂ ਲੋਕਾਂ ਦਾ ਫਾਇਦਾ ਹੋਣਾ ਸੀ ਨਾ, ਉੱਥੇ ਦੇ ਜਿਹੜੇ ਨੇ ਚਿੱਟ ਕੱਪੜੀਏ ਵਸਦੇ ਨੇ, ਪੁਜਾਰੀ ਵਸਦਾ ਵਾ, ਓਕੇ। ਤੇ ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ। ਹਾਂਜੀ, ਹੁਣ ਜਦ ਮੇਰੇ ਵਰਗਾ ਮਨੁੱਖ ਜਿਹਨੂੰ ਕੋਈ ਅਕਲ ਸੂਝ ਨਹੀਂ, ਗੁਨਾਹ ਕਰਕੇ ਅਵਗੁਣਾ ਕਰਕੇ ਤਬਾਹ ਹੋਇਆ ਪਿਆ ਵਾ, ਤੇ ਉਹ ਕਿਸੇ ਸੰਤ ਮਹਾਤਮਾ ਕੋ ਜਾਂਦਾ, ਕਿਸੇ ਬ੍ਰਹਮ ਗਿਆਨੀ ਕੋ ਜਾਂਦਾ, ਤੇ ਉਹ ਅੱਜ ਬ੍ਰਹਮ ਗਿਆਨੀ ਅਸਲ 'ਚ ਉਹ ਪੁਜਾਰੀ ਹੈ, ਤੇ ਉਹ ਉੱਥੇ ਵਸਦਾ ਵਾ। ਉਹ ਮੇਰਾ ਲਾਭ ਕਰਨ ਦੀ ਬਜਾਏ ਸਗੋਂ ਮੇਰਾ ਹੋਰ ਨੁਕਸਾਨ ਕਰਦਾ। ਉਹ ਮੈਨੂੰ ਭਰਮਾਂ ਵਿੱਚ ਫਸਾ ਲੈਂਦਾ ਵਾ ਹੋਰ, ਤੇ ਮੇਰੀ ਜੇਬ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕਰਦਾ ਵਾ। ਤੇ ਗੁਰੂ ਸਾਹਿਬ ਕਹਿੰਦੇ ਤੇ ਜਿਹੜੇ ਪੁਜਾਰੀ ਨੇ ਨਾ, ਜਿਹੜੇ ਤੀਰਥਾਂ ਦੇ ਵਸਦੇ ਆ, ਇਹਨਾਂ ਤੋਂ ਪੁੱਤਰ ਬਚ ਕੇ ਰਿਓ, ਇਹ ਨਹੀਂ ਜੇ ਕਿਸੇ ਨੂੰ ਬਖਸ਼ਦੇ। ਹਾਂਜੀ, ਹੁਣ ਦੇਖੋ ਵੀ ਪੁਜਾਰੀ ਨੇ ਕਿੰਨਾ ਨੁਕਸਾਨ ਕੀਤਾ ਸਿੱਖਾਂ ਦਾ, ਖਾਸ ਕਰਕੇ ਗੁਰੂ ਅਰਜਨ ਦੀ ਸ਼ਹੀਦੀ ਦਾ ਜਿਹੜਾ ਮੇਨ ਕਾਰਨ ਸੀਗਾ ਨਾ, ਉਹ ਪੁਜਾਰੀ ਸੀਗਾ। ਗੁਰੂ ਅਰਜਨ ਨੇ ਜਦੋਂ ਗੁਰੂ ਅਰਜਨ ਸਾਹਿਬ ਨੇ ਜਦੋਂ ਗ੍ਰੰਥ ਦੀ ਸੰਪਾਦਨਾ ਕੀਤੀ, ਤੇ ਜਿਹੜਾ ਪੁਜਾਰੀਵਾਦ ਪਿਛਲੀਆਂ ਕਈ ਸਦੀਆਂ ਤੋਂ ਚੱਲਦਾ ਆ ਰਿਹਾ ਸੀ, ਉਹਦਾ ਜਦੋਂ ਗੁਰੂ ਸਾਹਿਬ ਨੇ ਵਿਰੋਧ ਕੀਤਾ, ਉਹਦੇ ਵਿਰੋਧ 'ਚ ਹੀ ਉਹਨਾਂ ਨੇ ਵੇਖਿਆ ਵੀ ਕਿਸੇ ਤਰੀਕੇ ਨਾਲ ਗੁਰੂ ਅਰਜਨ ਨੂੰ ਐਲੀਮੀਨੇਟ ਕੀਤਾ ਜਾਵੇ। ਤੇ ਗੁਰੂ ਅਰਜਨ ਨੂੰ ਐਲੀਮੀਨੇਟ ਕਰ ਲਵਾਂਗੇ ਤੇ ਫਿਰ ਗ੍ਰੰਥ ਨੂੰ ਵੀ ਖਤਮ ਕਰਨ ਦੀ ਕੋਸ਼ਿਸ਼ ਕਰਾਂਗੇ। ਤੇ ਉਹਨਾਂ ਨੇ ਜਹਾਂਗੀਰ ਬਾਦਸ਼ਾਹ ਨੂੰ ਕੰਪਲੇਨ ਕਰ ਦਿੱਤੀ ਵੀ ਜਿਹੜਾ ਗੁਰੂ ਅਰਜਨ ਹੈ ਨਾ, ਇਹ ਤੁਹਾਡੇ ਖਿਲਾਫ, ਤੁਹਾਡੇ ਧਰਮ ਦੇ ਖਿਲਾਫ ਬੜਾ ਪ੍ਰਚਾਰ ਕਰੀ ਜਾਂਦਾ, ਤੇ ਲੋਕੀ ਸਿੱਖ ਬਣੀ ਜਾਂਦੇ ਆ, ਤੇ ਇਹਦੇ ਸੱਚ ਦੇ ਪਿੱਛੇ ਲੋਕੀ ਚਲੇ ਜਾਂਦੇ ਆ, ਤੇ ਇਹਨੂੰ ਕਿਸੇ ਤਰੀਕੇ ਨਾਲ ਐਲੀਮੀਨੇਟ ਕੀਤਾ ਜਾਵੇ। ਤੇ ਦੈਟਸ ਵਾਸ ਵਨ ਆਫ ਦਾ ਮੇਨ ਕਾਰਨ ਗੁਰੂ ਅਰਜਨ ਸਾਹਿਬ ਦੀ ਸ਼ਹੀਦੀ। ਤੇ ਉਹਦਾ ਸ਼ਹੀਦੀ ਦੇ ਪਿੱਛੇ ਜਿਹੜਾ ਹੱਥ ਸੀ, ਇਹ ਪੁਜਾਰੀ ਲੋਕਾਂ ਦਾ ਸੀਗਾ। ਗੁਰੂ ਸਾਹਿਬ ਇੱਕ ਹੋਰ ਉਦਾਹਰਨ ਦਿੰਦੇ ਆ ਕਿ ਇੱਕ ਸਿੰਬਲ ਦਾ ਦਰਖਤ ਹੁੰਦਾ, ਓਕੇ, ਤੇ ਸੋਹਣਾ ਬੜਾ ਹੁੰਦਾ, ਤੇ ਉਹਦੀ ਛਾਂ ਬੜੀ ਹੁੰਦੀ ਆ, ਪੱਤੇ ਵੀ ਸੋਹਣੇ ਹੁੰਦੇ ਆ, ਤੇ ਉਹਦੇ ਜਿਹੜੇ ਫਲ ਆ ਨਾ, ਉਹ ਦੇਖਣ ਨੂੰ ਤੇ ਸੋਹਣੇ ਲੱਗਦੇ ਆ, ਪਰ ਵਿੱਚ ਰਸ ਨਹੀਂ ਹੁੰਦਾ, ਓਕੇ। ਹੁਣ ਇਹ ਹੈ ਵੀ ਜਿੱਦਾਂ ਮੈਂ ਇੱਕ ਉਸ ਦਰਖਤ ਦੀ ਤਰ੍ਹਾਂ ਵਾਂ, ਓਕੇ, ਤੇ ਵੇਖਣ ਨੂੰ ਤਾਂ ਮੈਂ ਭੱਦਰ ਪੁਰਸ਼ ਲੱਗਦਾ ਵਾਂ, ਪਰ ਜਦੋਂ ਲੋਕੀ ਮੇਰੇ ਕੋਲ ਆਉਂਦੇ ਨੇ, ਅਸੀਂ ਉਹਦੇ ਕੋਲ ਜਾਂਦੇ ਹਾਂ, ਸਾਨੂੰ ਉੱਥੋਂ ਕੋਈ ਲਾਭ ਹੋਏਗਾ। ਜਿਹੜੇ ਤੋਤੇ ਨੇ ਨਾ, ਇਹ ਫਿਰ ਉੱਡ ਕੇ ਨਾ ਤੇ ਉਸ ਮੈਂਜਨ ਦਰਖਤ ਦੇ ਉੱਤੇ ਜਾਂਦੇ ਨੇ, ਤੇ ਜਦੋਂ ਇਹ ਫਲ ਦੇ ਵਿੱਚ ਚੁੰਝ ਮਾਰਦੇ ਆ ਨਾ, ਤੇ ਉਹ ਫਲ ਮਿੱਠੇ ਦੀ ਬਜਾਏ ਖੱਟਾ ਤੇ ਕੌੜਾ ਹੁੰਦਾ।
ਤੇ ਉਹ ਜੋ ਨਾ ਆਪਣੇ ਆਪ ਨੂੰ ਸਮਝਦੇ ਨੇ ਕਿ ਅਸੀਂ ਇੱਥੇ ਕਾਹਦੇ ਲਈ ਆ ਗਏ, ਇੰਨਾ ਦੂਰੋਂ ਉੱਡ ਕੇ ਆਏ ਇੱਥੇ, ਸਾਨੂੰ ਕੋਈ ਲਾਭ ਤਾਂ ਹੋਇਆ ਨਹੀਂ। ਸਿਮਿਲਰਲੀ ਕਈ ਮਨੁੱਖ ਦੂਜਿਆਂ ਮਨੁੱਖਾਂ ਕੋਲੋਂ ਮਦਦ ਲੈਣ ਲਈ ਜਾਂਦੇ ਨੇ। ਜਿਸ ਤਰ੍ਹਾਂ ਹੁਣ ਆਮ ਲੋਕੀ, ਜਿਸ ਤਰ੍ਹਾਂ ਪਹਿਲਾਂ ਗੱਲ ਕਰ ਬੈਠੇ ਆ, ਕਈ ਲੋਕ ਪੁਜਾਰੀ ਕੋ ਜਾਂਦੇ ਨੇ ਕਿ ਉੱਥੋਂ ਸਾਨੂੰ ਕੋਈ ਅਧਿਆਤਮਿਕਤਾ ਮਿਲੇਗੀ, ਤੇ ਉੱਥੋਂ ਉਹ ਸਿੰਬਲ ਰੁੱਖ ਸੀ ਅਸਲ 'ਚ, ਦਿਖਾਈ ਤੇ ਧਾਰਮਿਕ ਦਿੰਦਾ ਸੀਗਾ, ਧਾਰਮਿਕ ਬੰਦਾ ਵਿਖਾਈ ਦਿੰਦਾ ਸੀ, ਪਰ ਜਦੋਂ ਉਹਨੇ ਉਹਦੇ ਨਾਲ ਗੱਲਬਾਤ ਕੀਤੀ ਤੇ ਉਹਦੇ ਨਾਲ ਉਹ ਮੈਂਜਨ ਆਪਣੇ ਸਿੰਬਲ ਦਰਖਤ ਦੀ ਤਰ੍ਹਾਂ ਸੀ ਜੋ ਕਿ ਖੱਟਾ ਸੀ। ਅੱਜ ਕੱਲ੍ਹ ਵੀ ਦੇਖਦੇ ਹਾਂ ਕਈ ਗਰੀਬ ਬੜੇ ਲੋਕ ਜਾਂਦੇ ਨੇ ਮਦਦ ਵਾਸਤੇ ਮੀਰਾਂ ਕੋ। ਮੀਰ ਕਹਿੰਦਾ ਤੇਰੀ ਮਦਦ ਮੈਂ ਕਰ ਦੂੰਗਾ, ਪਰ ਮੈਂ ਤੈਨੂੰ ਇੰਟਰਸਟ ਠੋਕ ਕੇ ਲਾਉਣਾ ਹੈ। ਓਕੇ, ਜੇ ਤੂੰ ਮੇਰੇ ਕੋਲ 10 ਲੈਂਗਾ ਨਾ ਧਾਰੇ, ਤੇ ਮੈਂ ਤੇਰੇ ਕੋਲ 30 ਵਾਪਸ ਲੈਣੇ ਆ। ਤੇ ਇਹੋ ਜਿਹੇ ਜਿਹੜੇ ਲੋਕ ਹੁੰਦੇ ਨੇ, ਇਹ ਸਿੰਬਲ ਦਰਖਤ ਦੀ ਤਰ੍ਹਾਂ ਹੁੰਦੇ ਨੇ। ਤੇ ਜਿਹੜੇ ਮੇਰੇ ਵਰਗੇ ਗਰੀਬ ਬੜੇ ਤੋਤੇ ਨੇ ਨਾ, ਉੱਥੇ ਜਾ ਕੇ ਜਾਂਦੇ ਨੇ ਤੇ ਆਪਣਾ ਨੁਕਸਾਨ ਕਰਕੇ ਆਉਂਦੇ, ਟਾਈਮ ਵੇਸਟ ਕਰਕੇ ਆਉਂਦੇ ਆ, ਤੇ ਘੁੱਟ ਜੀ ਅੱਛਾ ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ। ਸਿਮਿਲਰਲੀ ਜਿਸ ਤਰ੍ਹਾਂ ਸਿੰਬਲ ਰੁੱਖ ਦੇ ਵਿੱਚ ਕੋਈ ਗੁਣ ਨਹੀਂ ਗਾ, ਉਸੇ ਤਰ੍ਹਾਂ ਮੇਰੇ ਸਰੀਰ ਵਿੱਚ ਮੇਰੇ ਕੋਲ ਵੀ ਕੋਈ ਗੁਣ ਨਹੀਂ ਗਾ, ਤੇ ਜਿਹੜੇ ਮੇਰੇ ਫਲ ਨੇ ਨਾ, ਉਹ ਜਿਹੜੇ ਨੇ ਉਹ ਗੁਣਾ ਰੂਪੀ ਫਲ ਨਹੀਂ ਹੈ। ਸੇ ਫਲ ਕੰਮ ਨਾ ਆਵਣੀ ਤੇ ਗੁਣ ਮੈਂ ਤਨ ਹਨ। ਇਹੋ ਜਿਹੇ ਗੁਣ ਤੇ ਅਵਗੁਣ ਮੇਰੇ ਕੋਲ ਆ ਜਿਹੜੇ ਮੇਰੇ ਕਿਸੇ ਕੰਮ ਨਹੀਂ ਆਉਣੇ ਤੇ ਹੋਰਨਾਂ ਦੇ ਕਿਸੇ ਕੰਮ ਵੀ ਨਹੀਂ ਆਉਣੇ। ਗੁਰੂ ਸਾਹਿਬ ਕਹਿੰਦਾ ਵੀ ਹੋਰ ਜਪ ਪਿਆ ਇਹਨਾਂ ਨੂੰ ਵੀ ਮਨੁੱਖ ਦੇਖੋ ਵੀ ਇਹ ਇੱਦਾਂ ਸਮਝੋ, ਇਹ ਕਿੰਨਾ ਸਪਿਰਿਚੁਅਲ ਤੌਰ ਤੇ ਕਿੰਨੀ ਅਗਿਆਨਤਾ ਹੈ। ਤੇ ਕਹਿੰਦੇ ਵੀ ਇੱਕ ਮਨੁੱਖ ਅੰਧਾ ਹੋਵੇ ਹੈ, ਤੇ ਉਹਨੇ ਨਾ ਸਿਰ ਤੇ ਪੰਡ ਬੱਧੀ ਹੋਵੇ ਭਾਰ ਦੀ ਹੈ, ਤੇ ਉਹਨੇ ਨਾ ਜਿਹੜਾ ਡੁੱਗਰ ਹੈ ਨਾ ਪਹਾੜ, ਉਹਨੇ ਪਾਰ ਕਰਨਾ ਹੁੰਦਾ ਹੈ। ਅੱਛਾ, ਇੱਕ ਅੱਖਾਂ ਤੋਂ ਉਹਨਾਂ, ਦੂਜਾ ਸਿਰ ਤੇ ਭਾਰ ਚੁੱਕਿਆ ਵਾ, ਤੀਜਾ ਘਾਟੀਆਂ ਨੇ ਉੱਪਰ ਚੜ੍ਹਨ ਕੇ ਦੂਜੇ ਬੰਨੇ ਪਾਰ ਕਰਨਾ। ਕਿਸੇ ਮਨੁੱਖ ਨੇ ਹਿਮਾਲਾ ਪਰਬਤ ਦੂਜੇ ਬੰਨੇ ਪਾਰ ਕਰਨਾ ਹੋਵੇ, ਇੰਡੀਆ ਵਾਲੇ ਬੰਨੇ, ਚਾਈਨਾ ਵਾਲੇ ਜਾਣਾ ਹੋਵੇ, ਤੇ ਅੰਨਾ ਵੀ ਹੋਵੇ ਤੇ ਸਿਰ ਤੇ ਭਾਰ ਵੀ ਹੋਵੇ, ਤੇ ਨਹੀਂ ਨਾ ਕਰ ਸਕਦਾ ਪਾਰ। ਕਹਿੰਦਾ ਸਿਮਿਲਰਲੀ ਮੈਂ ਇੱਕ ਮਾਨਸਿਕ ਤੌਰ ਤੇ ਅੰਨਾ, ਦੂਜਾ ਮੈਂ ਵਿਕਾਰਾਂ ਰੂਪੀ ਭਾਰ ਚੁੱਕਿਆ ਹੋਇਆ, ਤੇ ਜਿਹੜੀ ਮੇਰੀ ਜ਼ਿੰਦਗੀ ਦੀ ਵਾਟ ਆ ਉਹ ਬੜੀ ਕਰਖਤ ਆ। ਤੇ ਜੇ ਮੈਨੂੰ ਅੱਖਾਂ ਮਿਲ ਵੀ ਜਾਣ, ਅੱਖੀਂ ਲੋੜੀ ਨਾ ਲਹਾਂ, ਮੇਰੇ ਕੋਲ ਦੇ ਅੱਖਾਂ ਹੋਣ ਦੇ ਬਾਵਜੂਦ ਵੀ ਨਹੀਂ ਮੇਰੇ ਕੋਲ ਇਹ ਪੈਂਡਾ ਹੋਣਾ, ਤੇ ਹਉ ਚੜ ਲੰਗਾ ਕਿਤ, ਉਹ ਕਿਹੜਾ ਤਰੀਕਾ ਵਾ ਜਿਹਦੇ ਨਾਲ ਮੈਂ ਪਾਰ ਕਰ ਸਕਾਂ। ਤੇ ਗੁਰੂ ਸਾਹਿਬ ਕਹਿੰਦੇ ਵੀ ਇੱਕ ਹੋਰ ਇਹ ਮਨੁੱਖ ਕੀ ਕਰਦਾ, ਇਹ ਚਾਕਰੀਆਂ ਚੰਗਿਆਈਆਂ ਦੇ ਪਿੱਛੇ ਲੱਗ ਜਾਂਦਾ। ਇਹ ਗੁਰਮਤਹੀਣਾ ਹੋਣ ਕਰਕੇ ਨਾ, ਇਹ ਆਪਣੇ ਮਨ ਦੇ ਪਿੱਛੇ ਦੌੜਦਾ, ਮਨ ਦੀਆਂ ਸਿਆਣਪਾਂ ਕਰਕੇ ਕਹਿੰਦਾ ਮੈਂ ਸਪਿਰਿਚੁਅਲ ਬਣ ਜਾਣਾ, ਮੈਂ ਭਗਤ ਬਣਨਾ, ਤੇ ਮੈਂ ਚੰਗਾ ਮਨੁੱਖ ਬਣਨਾ। ਦੇ ਕਰ ਗੁਰਮਤਿ ਦੇ ਬੇਸ ਨਹੀਂ ਕਰਦਾ, ਪਰ ਆਪਣੀਆਂ ਜਿਹੜੀਆਂ ਸਹਿ ਸਿਆਣਪਾਂ ਲੱਖ ਹੋਏ ਤੇ ਇੱਕ ਨਾ ਚੱਲੇ ਨਾਲ ਕਰਕੇ ਇਹ ਕਰਦਾ ਵਾ। ਗੁਰੂ ਸਾਹਿਬ ਕਹਿੰਦੇ ਵੀ ਤੇਰੀ ਗੱਲ ਬਣ ਸਕਦੀ ਆ, ਤੂੰ ਨਾ ਨਾਨਕ ਨਾਮ ਸੰਭਾਲ, ਤੂੰ ਨਾ ਗੁਰਮਤਿ ਨੂੰ ਸੰਭਾਲ, ਗੁਰੂ ਦੇ ਉਪਦੇਸ਼ ਨੂੰ ਸੰਭਾਲ, ਤੇ ਤੇਰਾ ਸਾਰਾ ਕੁਝ ਸੈੱਟ ਹੋ ਜਾਏਗਾ। ਤੂੰ ਬੱਧਾ ਛੁੱਟੇ ਜਿੱਤ। ਹੁਣ ਤੈਨੂੰ ਮਾਇਆ ਰੂਪੀ ਜਿਹੜੇ ਸੰਗਲ ਤੇ ਜਿੰਦਰੇ ਵੱਜੇ ਪਏ ਨਾ, ਉਹ ਤੇਰੇ ਤਾਂ ਹੀ ਲੱਥਣੇ ਆ ਜੇ ਤੂੰ ਸਿਆਣਾ ਹੋ ਗਿਆ, ਸੂਝਵਾਨ ਹੋ ਗਿਆ, ਅਕਲ ਬੁੱਧ ਤੇਰੇ ਕੋ ਆ ਗਈ, ਤੇਰੇ ਕੋ ਗੁਣ ਵਗੈਰਾ ਆ ਗਿਆ, ਤੇਰਾ ਜੀਵਨ ਸੁਚੱਜਾ ਬਣ ਗਿਆ, ਤੇ ਤਾਂ ਜਾ ਕੇ ਤੇਰੀ ਗੱਲ ਬਣਨੀ ਆ। ਤੇ ਗੁਰੂ ਸਾਹਿਬ ਨੇ ਇਹਦੇ ਵਿੱਚ ਇਹ ਗੱਲ ਕੀਤੀ ਵੀ ਇਹ ਜਿੰਨੇ ਵੀ ਸੰਸਾਰੀ ਗੁਰੂ ਸਾਹਿਬ ਨੇ ਨਾਲਜੀ ਜਾਂ ਐਗਜ਼ਾਮਪਲਾਂ ਦਿੱਤੀਆਂ ਨੇ ਮਨ ਨੂੰ ਸਮਝਾਉਣ ਵਾਸਤੇ, ਕਿ ਕਿਸੇ ਨਾ ਕਿਸੇ ਤਰੀਕੇ ਨਾਲ ਮਨੁੱਖ ਨੂੰ ਸਮਝ ਆ ਜਾਵੇ ਕਿ ਇਹਦਾ ਸੱਜਣ ਕੌਣ ਆ ਤੇ ਇਹਦਾ ਦੁਸ਼ਮਣ ਕੌਣ ਆ। ਤੇ ਇਹਦੇ ਵਿੱਚ ਗੁਰੂ ਸਾਹਿਬ ਨੇ ਜੋ ਵੀ ਡਿਟੇਲ ਦਿੱਤੀ ਆ, ਤੇ ਹਾਂਜੀ ਇੰਨੀ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਲਕ ਦਾ ਸ਼ੁਕਰ ਕਿ ਸਾਨੂੰ ਬੋਲਣ ਦੀ ਸੋਝੀ ਦਿੰਦਾ ਤੇ ਸੁਣਨ ਦੀ ਸੋਝੀ ਦਿੰਦਾ। ਰਹਿਮਤ ਕਰੇ ਹੋਰ, ਭੁੱਖੇ ਦਾ ਢਿੱਡ ਤੇ ਭਰਦਾ ਹੀ ਨਹੀਂ, ਕਿ ਸਾਨੂੰ ਉਹਦੀ ਅਕੋਰਡੈਂਸ ਦੇ ਵਿੱਚ ਤੁਰਨ ਦੀ ਸੋਝੀ ਵੀ ਦੇ ਦੇਵੇ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਾਨ। ਇੱਥੇ ਇੱਕ ਜਿਹੜੀ ਬੜੀ ਅਜੀਬ ਉਹ ਹੈ ਜਿਹੜੀ ਸਪੈਲਿੰਗਸ
ਲੱਲੇ ਨੂੰ ਟਿੱਪੀ ਲਾਈ ਹੋਈ ਏ ਤੇ ਨੰਨੇ ਤੇ ਪੈਰੀ ਹਾਹਾ ਵੀ ਲਾਇਆ ਹੋਇਆ। ਟਿੱਪੀ ਦੀ ਲੋੜ ਹੈ ਨਹੀਂ, ਕਿਉਂਕਿ ਚੱਲਣ ਦੇ ਵਿੱਚ ਟਿੱਪੀ ਨਹੀਂ ਵਰਤੀ ਜਾਂਦੀ। ਨੰਨੇ ਨੂੰ ਜ਼ੋਰ ਦਿੱਤਾ ਗਿਆ। ਇਹ ਕਾਵਿ ਰੂਪ ਹੈ ਉਹਦਾ। ਇਸੇ ਤਰ੍ਹਾਂ ਉਹਦਾ ਕਾਫੀਆ ਮਿਲਾਉਣ ਦੇ ਲਈ ਤੁਕਾਂਤ ਜਿਹੜਾ ਹੈ ਦਿਸੰਨ, ਸੋ ਅਸੀਂ ਉਹਨੂੰ ਪੜ੍ਹਨਾ ਦਿਸੰਨ ਹੈ ਤੇ ਚੱਲਣ, ਤੇ ਇਹਨਾਂ ਨੂੰ ਮਹਿਣਾ ਜਿਹੜਾ ਉਹਦਾ ਦਿਸਣ ਤੇ ਚੱਲਣ। ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚੱਲਣ। ਬੜੀ ਗੁਰੂ ਸਾਹਿਬ ਜਿਸ ਤਰ੍ਹਾਂ ਹੁੰਦਾ ਨਹੀਂ, ਨਿਆਣਾ ਵੱਡਾ ਹੋ ਜੇ ਥੋੜਾ ਜਿਹਾ, ਤੇ ਜਦੋਂ ਮਾਪੇ ਉਹਨੂੰ ਕਹਿਣਾ ਕਿ ਤੈਨੂੰ ਮੈਂ ਦੋਸਤਾਂ ਦੀ ਦੱਸਾਂ ਵੀ ਕਿਹੜਾ ਦੋਸਤ ਬਣਾਉਣਾ ਚਾਹੀਦਾ, ਕਿਹੜੀ ਸਹੇਲੀ ਬਣਾਉਣਾ, ਤੇ ਉਹ ਕਹਿੰਦਾ ਵੀ ਬਸ ਬਸ ਕਰ, ਆਈ ਐਮ ਹੈਵਿੰਗ ਇਨਫ ਆਫ ਦਾ ਲੈਕਚਰਸ। ਵਾਲੀ ਗੱਲ ਹੋ ਗਈ। ਮੈਂ ਜਦੋਂ ਦੇਖੋ ਜਿਹੜੀ ਗੱਲ ਤੇ ਹੋਏ ਤੂੰ ਭਾਸ਼ਣ ਦੇਣਾ ਸ਼ੁਰੂ ਕਰ ਦਿੰਨੀ ਹੈ ਜਾਂ ਕਰ ਦਿੰਦਾ। ਮੈਨੂੰ ਇਹ ਵੀ ਨਹੀਂ ਪਤਾ ਮੈਂ ਏਡੀ ਵੱਡੀ ਹੋ ਗਈ ਹਾਂ ਕਿ ਮੈਂ ਆਪਣਾ ਦੋਸਤ ਤੇ ਸਹੇਲੀ ਕਿਵੇਂ ਬਣਾਣੀ ਏਦਾਂ। ਤੇ ਸਾਡੀ ਕੈਫੀਅਤ ਵੀ ਇਹੋ ਜਿਹੀ ਨਹੀਂ ਹੈ ਕਿ ਅਸੀਂ ਸਾਰੀ ਉਮਰ ਗਵਾਤੀ, ਅਸੀਂ ਨਿਆਣੇ ਵੱਡੇ ਕਰ ਲਏ, ਉਹਨਾਂ ਨੂੰ ਲੈਕਚਰ ਦੇ ਦੇ ਕੇ ਕਿਹੜੇ ਦੋਸਤ ਬਣਾਈਏ, ਕਿਹੜੇ ਸੱਜਣ ਬਣਾਈਏ, ਤੇ ਹੁਣ ਸਾਡੀ ਨੌਬਤ ਆ ਗਈ ਵੀ ਅਸੀਂ ਆਪ ਸਿੱਖੀ ਹੈ ਉਹ ਬੁੱਢੇ ਬਾਰੇ ਕਿ ਕੌਣ ਕਿਹਨੂੰ ਸੱਜਣ ਬਣਾਉਣਾ, ਕਿਹਨੂੰ ਦੋਸਤ ਬਣਾਉਣਾ। ਸੱਜਣ ਦਾ ਜਿਹੜਾ ਸਭ ਤੋਂ ਪਹਿਲੇ ਲਫ਼ਜ਼ੀ ਮਹਿਨਾ ਉਹ ਭਲਾ ਆਦਮੀ, ਨੇਕ ਜਨ, ਮਿੱਤਰ, ਸਨੇਹੀ, ਪਿਆਰਾ ਵੀ ਹੈ, ਪਤੀ ਪ੍ਰਭੂ ਵੀ ਹੈ, ਉਹਦੇ ਲਈ ਵੀ ਸੱਜਣ ਹੈ। ਇਹ ਸਾਰੇ ਸਿਨੋਨਿਮਸ ਨੇ। ਤੇ ਸੱਜਣ ਦਾ ਮੈਂ ਨਾ ਭਲਾ ਆਦਮੀ ਵੀ ਹੈ, ਸ਼ਰੀਫ ਆਦਮੀ ਜਿਹਨੂੰ ਕਹਿੰਦੇ ਆ। ਹੁਣ ਜਦੋਂ ਮੈਂ ਕਹਿੰਦਾ ਸੱਜਣ ਸੇਈ ਨਾਲ ਮੈਂ ਮੇਰੇ ਨਾਲ ਤੇ ਚੱਲਦਿਆਂ ਨਾਲ ਚੱਲਣ, ਮੇਰੇ ਦੋਸਤ, ਮੇਰੇ ਮਿੱਤਰ, ਉਹ ਜਿਸ ਤਰ੍ਹਾਂ ਪਾਤਸ਼ਾਹ ਕਹਿੰਦੇ ਨੇ ਵੀ ਜੇ ਤੂੰ ਮਿੱਤਰ ਅਸਾਡੜਾ ਹਿੱਕ ਭੋਰੀ ਨਾ ਵਿਛੋੜ। ਤੇ ਮੈਂ ਅਕਸਰ ਕਹਿੰਦਾ ਹੁੰਦਾ ਵੀ ਗੁਰਬਾਣੀ ਦੇ ਵਿੱਚ ਨਾ ਜਿਹੜੀ ਹੈ ਰਿਲੇਸ਼ਨਸ਼ਿਪ, ਜਿਹੜਾ ਕਿ ਅੱਜ ਕੱਲ ਸਾਡਾ ਆਮ ਘਰਾਂ ਦੇ ਵਿੱਚ ਸਾਡੀ ਕੌਮ ਦਾ, ਸਾਡੀ ਜ਼ਾਤ ਦਾ, ਸਾਡੇ ਪਰਿਵਾਰਾਂ ਦਾ ਇਹ ਇੱਕ ਅਹਿਮ ਮੁੱਦਾ ਬਣਿਆ ਹੋਇਆ ਕਿ ਸਾਨੂੰ ਪਤਾ ਨਹੀਂ ਹੈ ਸਾਡੇ ਰਿਲੇਸ਼ਨਸ਼ਿਪ ਕਰਕੇ ਜਿਹੜੀਆਂ ਫੈਮਲੀਜ਼ ਨੇ ਉਹ ਪਾਰਟ ਹੋ ਜਾਂਦੀਆਂ। ਉਹਨੂੰ ਜਦੋਂ ਦੇਖਦੇ ਹਾਂ ਤੇ ਗੁਰਬਾਣੀ 'ਚ ਤੇ ਭਰਿਆ ਪਿਆ ਰਿਲੇਸ਼ਨ। ਜਿਸ ਤਰ੍ਹਾਂ ਆਪਾਂ ਹੁਣੇ ਕਿਹਾ ਕਿ ਜੇ ਤੂੰ ਮਿੱਤਰ ਸਾਡੜਾ ਹਿੱਕ ਭੋਰੀ ਨਾ ਵਿਛੋੜ, ਤੇ ਮੈਂ ਸਮਝਦਾ ਕਿ ਇਸ ਤੋਂ ਵਧੀਆ ਤੇ ਕੋਈ ਹੋਰ ਹੈ ਹੀ ਨਹੀਂ। ਇਸੇ ਤਰ੍ਹਾਂ ਜਦੋਂ ਅਸੀਂ ਗੱਲ ਕਰਦੇ ਹਾਂ ਭਾਈ ਰੇ ਮਿਲ ਸੱਜਣ ਹਰ ਗੁਣ ਸਾਰ, ਮੇਰੇ ਭਰਾਵਾ ਤੂੰ ਸੱਜਣ ਨੂੰ ਮਿਲ ਤੇ ਰੱਬ ਜੀ ਦੇ ਗੁਣਾਂ ਦੀ ਸਾਰ ਕਰ, ਸੰਭਾਲ ਕਰ। ਸੱਜਣ ਹੁਣ ਕੌਣ ਹੈ? ਸੱਜਣ ਇੱਥੇ ਸੱਜਣ ਸਤਿਗੁਰ ਪੁਰਖ ਹੈ, ਦੁੱਖ ਕੱਢੈ ਹਉਮੈ ਮਾਰ। ਜੇ ਆਪ ਜੀ ਚਾਹੋ ਤੇ ਪੇਜ ਨੰਬਰ 41 ਦੇਖ ਲੈਣਾ ਬਾਅਦ ਚ। ਆਪਾਂ ਸਾਰਾ ਸ਼ਬਦ ਨਹੀਂ ਲੈ ਰਹੇ ਕਿਉਂਕਿ ਕਾਫੀ ਜਿਹੜਾ ਹੈ ਪ੍ਰਮਾਣ ਨੇ ਜਿਹੜੇ ਸਾਨੂੰ ਇਹ ਦ੍ਰਿਸ਼ਟਾਂਤ ਦਿੰਦੇ ਨੇ। ਇਹ ਚੌਥੀ ਪਾਤਸ਼ਾਹੀ ਦਾ ਸ਼ਬਦ ਹੈ, ਰਸ ਅੰਮ੍ਰਿਤ ਨਾਮ ਰਸ ਅਤ ਭਲਾ। ਰਸ ਅੰਮ੍ਰਿਤ ਨਾਮ ਰਸ ਅਤ ਭਲਾ,
कित बिद मिलै रस खाए, जाए पुछो सुहागणी, तुसां क्यों कर मिलिया प्रभ आए। ओए वे परवाह ना बोलनी, हों मल मल धोवां तिन पाए। भाई रे मिल सज्जन हर गुणसार, सज्जन सतगुर पुरख है, दुख कड्डै हਉਮੈ बार। ਇਹ ਇੱਕ ਹੁਣ ਮੈਂ ਸੋਚਾਂ, ਮੈਂ ਕਹਿੰਦਾ ਮੇਰੇ ਦੋਸਤਾਂ ਨਾਲ ਮੇਰੀ ਬੈਠਕ ਹੈ, ਮੇਰੀ ਪਾਰਟੀ ਹੈ, ਮੇਰਾ ਜਾਣਾ ਆਣਾ ਹੈ, ਉੱਠਣਾ ਬੈਠਣਾ ਹੈ, ਤੇ ਗੁਰੂ ਤਾਂ ਕਹਿੰਦਾ ਵੀ ਤੇਰਾ ਸੱਜਣ ਹੈ ਹੀ ਕੋਈ ਨਹੀਂ। ਸੱਜਣ ਸਤਗੁਰ ਪੁਰਖ ਹੈ। ਪੁਰਖ ਜਿੱਥੇ ਵੀ ਕੱਲਿਆਂ ਆਇਆ ਹੈ, ਉੱਥੇ ਹੈਗਾ ਕਿ ਪੁਰਿਆ ਹੋਇਆ, ਓਮਨੀ ਪ੍ਰੈਜ਼ੈਂਟ। ਸੱਜਣ ਸਤਗੁਰ ਪੁਰਖ ਹੈ। ਫਿਰ ਇੱਕ ਹੋਰ ਪਾਤਸ਼ਾਹ ਕਹਿੰਦੇ ਨੇ, ਸਈ ਸੱਜਣ ਸੰਤ ਸੇ ਸੁਖੀਏ। ਸੇਈ ਸੱਜਣ ਸੰਤ ਸੇ ਸੁਖੀਏ, ਠਾਕੁਰ ਆਪਣੇ ਭਾਣੇ। ਅਸੀਂ ਕਹਿੰਦੇ ਵੀ ਕੌਣ ਇੱਕ ਨਹੀਂ, ਇਹ ਸਾਰੀਆਂ ਪਿਕੂਲੈਰਿਟੀਜ਼ ਨੇ। ਤੂੰ ਦੇਖ ਲੈ ਤੇ ਲੱਭ ਲੈ ਵੀ ਅਸੀਂ ਕਹਿੰਦੇ ਉਹ ਫਲਾਣਾ ਬੰਦਾ ਹੀ, ਉਹ ਜਿਹੜਾ ਲਾਲ ਪੱਗ ਵਾਲਾ, ਉਹਨੂੰ ਫੜ ਲੈ। ਇਹ ਨਿਸ਼ਾਨੀਆਂ ਦਿੱਤੀਆਂ ਨੇ। ਸੱਜਣ ਕੌਣ ਨੇ, ਸੁਖੀਏ ਕੌਣ ਨੇ, ਸੰਤ ਕੌਣ ਹੈ, ਜਿਹੜਾ ਆਪਣੇ ਮਾਲਕ ਨੂੰ ਚੰਗਾ ਲੱਗਦਾ। ਹੁਣ ਅਸੀਂ ਇਹਨੂੰ ਜਿਹੜੇ ਸਾਡੇ ਜਿਹੜੀ ਪੁਜਾਰੀ ਕਲਾਸ ਹੈ, ਉਹ ਇਸ ਸ਼ਬਦ ਨੂੰ ਉਹ ਸੱਜਣ ਕਹਿੰਦੇ ਜੀ, ਸੱਜਣ ਠੱਗ। ਅਸੀਂ ਅੱਜ ਤੱਕ ਕੌਡਾ ਰਾਖਸ਼, ਸੱਜਣ ਠੱਗ, ਇਹੋ ਜਿਹੇ ਨਾਵਾਂ ਦੇ ਨਾਲ ਚੇਤਾ ਕਰਦੇ ਹਾਂ ਸਾਖੀਆਂ ਨੂੰ। ਬੜੀ ਕਮਾਲ ਹੈ। ਉਹ ਠੱਗ ਅੱਜ ਤੱਕ ਠੱਗ ਹੀ ਏ ਜਿਹਨੇ ਗੁਰੂ ਨਾਨਕ ਦਾ ਇੱਕ ਸ਼ਬਦ ਸੁਣਿਆ, ਸਮਝਿਆ, ਮੰਨਿਆ ਤੇ ਜੀਵਨ ਬਦਲ ਲਿਆ। ਤੇ ਜੇ ਉਹ ਠੱਗ ਹੈ ਤੇ ਫਿਰ ਮੈਂ ਕੌਣ ਆ, ਜਿਹੜਾ ਸਾਰੀ ਉਮਰ ਹੋ ਗਈ ਸੁਣਦਿਆਂ, ਸਾਰੀ ਉਮਰ ਹੋ ਗਈ ਸਮਝਦਿਆਂ, ਤੇ ਮੈਂ ਬਦਲਿਆ ਹਾਂ ਨਹੀਂ ਆਪਣੇ ਆਪ ਨੂੰ, ਜਾਂ ਥੋੜਾ ਬਾਲਾ ਬਦਲਿਆ। ਤੇ ਫਿਰ ਜੇ ਉਹ ਠੱਗ ਹੈ ਤੇ ਮੈਂ ਕਿਹੜੀ ਆਪਣੇ ਆਪ ਨੂੰ ਕਿਹੜੀ ਨਾਂ ਨਾਲ ਗਰਦਾਨਾ, ਕੀ ਆਖਾਂ ਮੈਂ ਕੌਣ ਆ। ਪਰਮਿੰਦਰ ਜੀ, ਤੁਸੀਂ ਔਨ ਪਰਪਸ ਹੱਥ ਖੜਾ ਕੀਤਾ ਸੀ ਜਾਂ ਆਸ਼ੀਰਵਾਦ ਦੇ ਰਹੇ ਸੀਗੇ ਮੈਨੂੰ? ਨਹੀਂ ਜੀ, ਮੈਂ ਸਿਰਫ ਇਹ ਤੁਹਾਨੂੰ ਇੰਟਰਫੇਅਰ ਨਹੀਂ ਸੀ ਕਰਨਾ ਚਾਹੁੰਦਾ, ਪਰ ਅਗਰ ਇਹਨੂੰ ਇਦਾਂ ਸਮਝਿਆ ਜਾਏ ਕਿ ਸੱਜਣ ਜਿਹੜੇ ਆ ਮੇਰੇ ਨਾਲ, ਸਤ ਸੰਤੋਖ ਦਇਆ ਧਰਮ ਧੀਰਜ, ਅਗਰ ਇਹਨਾਂ ਨੂੰ ਸੱਜਣ ਮੈਂ ਮੰਨਣਾ, ਡਜ਼ ਇਟ ਨਹੀਂ, ਹਾਲੇ ਆਪਾਂ go ਉੱਥੇ with ਗਏ this? ਨਹੀਂ, ਹਾਲੇ ਆਪਾਂ ਉੱਥੇ ਗਏ ਨਹੀਂ, ਹਾਲੇ ਉੱਥੇ ਜਾਣਾ ਹੈ। ਮੈਨੂੰ ਕਿਉਂਕਿ ਮੇਰੀ ਅਕਲ ਘੱਟ ਹੈ ਤੇ ਇਸ ਕਰਕੇ ਮੈਂ ਹੌਲੀ ਹੌਲੀ ਚੱਲਦਾ, ਤੇ ਮੈਂ ਚਾਹੁੰਦਾ ਵੀ ਮੈਨੂੰ ਹਾਂ ਗੱਲ ਸਮਝ ਆ ਜੇ। ਕਾਸ਼ ਮੈਂ ਵੀ ਸਿਆਣਾ ਹੋਵਾਂ ਤੇ ਫਟਾਫਟ ਸਾਰੀ ਗੱਲ ਸਮਝ ਲਵਾਂ ਵੀ ਸ਼ਬਦ ਦਾ ਤੱਤ ਸਾਰ ਇਹ ਆ। ਤੇ ਕਿਉਂਕਿ ਮੈਂ ਆਪਣੇ ਆਪ ਨੂੰ ਸਮਝਾ ਰਿਹਾ ਹੁੰਦਾ ਤੇ ਆਪਣੀ ਸਮਝ ਆਪ ਜੀ ਨਾਲ ਸ਼ੇਅਰ ਕਰ ਰਿਹਾ ਹੁੰਦਾ। ਹੁਣ ਸਹੀ ਸੱਜਣ ਸੰਤ ਸੇ ਸੁਖੀਏ, ਠਾਕੁਰ ਆਪਣੇ ਭਾਣੇ, ਕਹੋ ਨਾਨਕ ਜਿਨ ਹਰ ਪ੍ਰਭ ਡਿਠਾ, ਤਿੰਨ ਕੈ ਸਦ ਕੁਰਬਾਨ। ਸੱਜਣ ਕੌਣ ਨੇ? ਜਿਨ੍ਹਾਂ ਨੇ ਰੱਬ ਨੂੰ ਦੇਖ ਲਿਆ। ਹੁਣ ਬੰਦੇ ਨੇ ਤੇ ਰੱਬ ਨੂੰ ਦੇਖਿਆ ਨਹੀਂ ਕਿਸੇ, ਉਹ ਤੇ ਸਾਰੇ ਲਾਈਨ 'ਚ ਲੱਗੇ ਹੋਏ ਆ। Those also serve who stand and wait. ਫਿਰ ਸੱਜਣ ਮਿਲੇ ਸੱਜਣਾ, ਜਿਨ ਸਤਗੁਰ ਨਾਲ ਪਿਆਰ। ਇੱਕ ਇਹ ਵੀ ਹੈ। ਅਸੀਂ ਸਿਰਫ ਇਹ ਦੇਖ ਰਹੇ ਹਾਂ ਗੁਰਬਾਣੀ 'ਚ ਸੱਜਣ ਕਿਹੜੀ ਕਿਹੜੀ ਪ੍ਰਥਾਏ ਆਏ।
ਕਿਉਂਕਿ ਪਾਤਸ਼ਾਹ ਦਾ ਜਿਹੜਾ ਸਾਡਾ ਵਿਚਾਰ ਅਧੀਨ ਸ਼ਬਦ ਹੈ, ਕਹਿੰਦੇ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚੱਲਣ, ਮੇਰਾ ਸਾਥੀ ਹੋਵੇ ਉਹ। ਕਹਿੰਦੇ ਵੀ ਸੱਜਣ ਮਿਲੇ ਸੱਜਣਾ, ਹੁਣ ਅਸੀਂ ਮਿਲਦੇ ਹਾਂ, ਗੁਰਦੁਆਰੇ ਜਾਂਦੇ ਹਾਂ, ਜੱਫੀ ਪਾਉਂਦੇ ਹਾਂ, ਪਿਆਰ ਕਰਦੇ ਹਾਂ ਕਿ ਜੀ ਇਹ ਸਾਡਾ ਸਤਸੰਗੀ ਭਰਾ ਏ, ਇਹ ਸਾਡਾ ਗਰੁੱਪ ਦਾ ਬੰਦਾ ਏ। ਮਿਲ ਪ੍ਰੀਤਮ ਤਿਨੀ ਧਿਆਇਆ ਸੱਚਾ ਪ੍ਰੇਮ ਪਿਆਰ, ਇਹ ਨਿਸ਼ਾਨੀਆਂ ਨੇ। ਸਤ ਸੰਤੋਖ ਦਇਆ ਧਰਮ ਸੁੱਚ, ਉਹ ਸਾਡੇ ਅੰਦਰ ਦੀ ਖੇਡ ਹੈ, ਉਧਰ ਹਾਲੇ ਨਹੀਂ ਗਏ ਆਪਾਂ, ਹਾਲੇ ਤੇ ਦੁਨਿਆਵੀ ਪੱਧਰ ਦੀ ਗੱਲ ਕਰ ਰਹੇ। ਬਾਣੀ ਸਾਨੂੰ ਦੋ ਪੱਖੋਂ ਮਾਰਦੀ ਏ, ਚਾਨਣ ਕਰਦੀ ਏ, ਇੱਕ ਦੁਨਿਆਵੀ ਤੇ ਇੱਕ ਮਾਨਸਿਕ। ਮਨ ਦੇ ਤਲ ਤੇ ਕੀ ਹੈ, ਕਿਉਂਕਿ ਜਦੋਂ ਤੱਕ ਇਹ ਸਾਨੂੰ ਪਿੱਛੇ ਜਿਹੀ ਸਮਝ ਆਈਏ ਕਿ ਅਸੀਂ ਦੁਨਿਆਵੀ ਅਰਥ ਕਰਕੇ ਮਨ ਨੂੰ ਬਦਲ ਨਹੀਂ ਸਕਦੇ, ਲੋੜ ਸੀ ਸਾਨੂੰ ਦੁਨਿਆਵੀ ਅਰਥ ਸਮਝੀਏ ਤੇ ਮਨ ਤੇ ਅਪਲਾਈ ਕਰੀਏ। ਕਿਉਂਕਿ ਦੁਨਿਆਵੀ ਜਦੋਂ ਅਸੀਂ ਵਿਚਰਨਾ ਹੈ ਤੇ ਅਸੀਂ ਸਰੀਰ ਕਰਕੇ ਵਿਚਰਨਾ ਹੈ, ਪਰ ਜਦੋਂ ਅਸੀਂ ਅੰਦਰ ਵੜਨਾ ਹੈ ਤੇ ਅਸੀਂ ਮਨ ਦੇ ਵਿੱਚੋਂ ਵੜਨਾ ਹੈ, ਤੇ ਅਸੀਂ ਮਨ ਨੂੰ ਸਮਝਣਾ, ਮਨ ਨੂੰ ਸਮਝਾਉਣਾ। ਮਨ ਨੂੰ ਫੜ ਲਿਆ ਤੇ ਮਨ ਸਾਡੇ ਸਰੀਰ, ਮਨ ਨੇ ਸਾਡੇ ਸਰੀਰ ਨੂੰ ਬੰਦੇ ਦਾ ਪੁੱਤ ਬਣਾ ਦੇਣਾ ਜੇ ਚਾਹੇਗਾ ਤੇ, ਕਿਉਂਕਿ ਮਨ ਹੀ ਤੇ ਹੈਗਾ ਜਿਹੜਾ ਜੋ ਕੁਛ ਕੀਆ ਸੋ ਮਨ ਕੀਆ। ਮਿਲ ਪ੍ਰੀਤਮ ਤੇ ਨਹੀਂ ਤੇ ਆਇਆ ਸੱਚੇ ਪ੍ਰੇਮ ਪਿਆਰ, ਮਨ ਹੀ ਤੇ ਮਨ ਮਾਨਿਆ ਗੁਰ ਕੈ ਸ਼ਬਦ ਅਪਾਰ। ਇਹ ਸੱਜਣ ਮਿਲੇ ਨਾ ਵਿਛੜੇ, ਜੇ ਆਪ ਮਿਲੇ ਕਰਤਾ। ਇਹ ਕੁੰਡੀ ਦੇਖੋ ਕਿ ਮਨ ਹੀ ਤੇ ਮਨ ਮਾਨਿਆ, ਗੁਰੂ ਦੀ ਮਿਹਰ ਹੋਈ, ਮੈਂ ਸ਼ਬਦ ਨੂੰ ਸਮਝਿਆ, ਉਹਨੂੰ ਜਦੋਂ ਮਨ ਦੇ ਤਲ ਤੇ ਸਮਝਿਆ ਤੇ ਮੇਰਾ ਮਨ ਕਨਵਿੰਸ ਹੋ ਗਿਆ। ਕਿੰਨੇ ਕਨਵਿੰਸ ਕੀਤਾ? ਸੋਚ ਨੇ, ਵਿਚਾਰ ਨੇ, ਹਨਾ। ਯਾਨੀ ਕਿ ਉਹ ਜਿਹੜਾ ਵਿਚਾਰ ਹੈ ਨਾ, ਉਹ ਮੇਰਾ ਅਸਲੀ ਸੱਜਣ ਹੈ, ਉਹ ਵਾਲਾ ਵਿਚਾਰ ਜਿਨੇ ਮੇਰੇ ਮਨ ਨੂੰ ਕਨਵਿੰਸ ਕਰ ਲਿਆ। ਨਹੀਂ ਤੇ ਮਨ ਮੈਨੂੰ ਕਨਵਿੰਸ ਕਰੀ ਬੈਠਾ ਹੈ ਤੇ ਉਹ ਭਰਮਾਈ ਜਾਂਦਾ ਹੈ, ਮੈਂ ਭੱਜੀ ਜਾਣਾ, ਦੌੜੀ ਭੱਜੀ ਜਾਣਾ। ਤੇ ਇਹੋ ਜਿਹੇ ਥਾਟਸ ਜਿਹੜੇ ਆ ਨਾ, ਇਹ ਜੇ ਮਿਲ ਜਾਣ ਤੇ ਇਹ ਫਿਰ ਰੱਬ ਤੋਂ ਜੁਦਾ ਨਹੀਂ ਕਰਦੇ। ਵੱਖਰੀ ਗੱਲ ਹੈ ਕਿ ਮੈਂ ਉਸ ਡੋਮੇਨ ਚੋਂ ਜਦੋਂ ਮਰਜ਼ੀ ਚਾਹਾਂ ਨਿਕਲ ਆਵਾਂ, ਮੈਂ ਨਿਕਲ ਆਉਣਾ ਵਾਂ, ਕਿਉਂਕਿ ਮੈਨੂੰ ਬੜਾ ਡਰਾਈ ਜਿਹਾ ਲੱਗਦਾ ਕੰਮ ਕਿ ਜੀ ਬਾਕੀ ਵੀ ਤੇ ਜ਼ਿੰਮੇਵਾਰੀਆਂ ਸੰਭਾਲਣੀਆਂ। ਪਰ ਅਸਲੀ ਗੱਲ ਕੀ ਹੈ ਕਿ ਜੇ ਇਹ ਸੱਜਣ ਮਿਲ ਜਾਣ ਤੇ ਫਿਰ ਇਹ ਵਿਛੜਦੇ ਨਹੀਂ। ਇਹਨਾਂ ਦੇ ਕੰਪੈਰੀਟਿਵਲੀ ਇੱਕ ਨਾ ਦਰਸ਼ਨ ਕੀ ਪ੍ਰਤੀਤ ਨਾ ਆਈਆ, ਸ਼ਬਦ ਨਾ ਕਰੇ ਵਿਚਾਰ। ਹੁਣ ਇੱਕ ਇਹ ਮੈਂ ਵਾਂ, ਇੱਕ ਮੇਰਾ ਦੂਜਾ ਪੱਖ ਹੈ, ਜਿਨ੍ਹਾਂ ਨੂੰ ਦਰਸ਼ਨਾਂ ਦੀ ਪ੍ਰਤੀਤੀ ਨਹੀਂ ਹੈਗੀ, ਖਿਆਲ ਹੀ ਨਹੀਂ ਹੈ, ਸੁਰਤ ਹੀ ਨਹੀਂ ਹੈਗੀ, ਧਿਆਨ ਹੀ ਨਹੀਂ ਹੈਗਾ, ਲੋੜ ਹੀ ਨਹੀਂ ਹੈ। ਵਿਛੜਿਆਂ ਕਾ ਕਿਆ ਵਿਛੜਿਆ, ਜਿੰਨਾ ਦੂਜੇ ਭਾਏ ਪਿਆਰ। ਜਦੋਂ ਮੈਨੂੰ ਲੋੜ ਨਹੀਂ ਹੈ ਤੇ ਮੈਂ ਵਿਛੜਿਆ ਹੋਇਆ, ਤੇ ਮੈਂ ਮਨ ਦੇ ਮਗਰ ਲੱਗਾ ਹੋਇਆ, ਮਨ ਨੂੰ ਮਗਰ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ, ਤੇ ਫਿਰ ਦੂਜੇ ਭਾਏ ਪਿਆਰ, ਫਿਰ ਮੇਰੀ ਇਨਕਲੀਨੇਸ਼ਨ ਜਿਹੜੀ ਹੈ ਦੂਜੇ ਭਾਅ 'ਚ ਹੈ। ਤੇ ਮਨਮੁਖ ਸੇਤੀ ਦੋਸਤੀ ਥੋੜਿਆਂ ਦਿਨ ਚਾਰ। ਮਨ ਦੇ ਮਗਰ ਲੱਗਿਆ ਹੋਇਆ ਨਾਲ ਦੋਸਤੀ ਕਰ ਲਓ, ਛਿਨਭੰਗਰੀ ਹੈ। ਇਸ ਪ੍ਰੀਤੀ ਟੁੱਟਦੀ ਵਿਲਮ ਨਾ ਹੋਵੇ, ਇਸ ਦੋਸਤੀ ਚੱਲਣ ਵਿਕਾਰ। ਇਹ ਤਾਂ ਦੋਸਤੀ, ਇਹ ਜਿਹੜੇ ਸੱਜਣ ਨੇ ਮਨਮੁਖਾਂ ਵਾਲੇ, ਇਹਨਾਂ ਦੇ ਨਾਲ ਮੇਰੇ ਅੰਦਰ ਵਕਾਰ ਆਉਂਦੇ ਨੇ, ਮਾੜੀਆਂ ਗੱਲਾਂ ਆਉਂਦੀਆਂ। ਤੇ ਜਿਨ੍ਹਾਂ ਅੰਦਰ ਸੱਚੇ ਕਾ ਭਾਵ ਨਹੀਂ, ਨਾਮ ਨਾ ਕਰੇ ਪਿਆਰ, ਨਾਨਕ ਤਿਨ ਸਿਉ ਕਿਆ ਕੀਚੈ ਦੋਸਤੀ, ਜੇ ਆਪ ਭੁਲਾਏ ਕਰਤਾ। ਸੋ ਗੱਲ ਕੀ ਹੈ ਭਈ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਨ। ਅੱਛਾ, ਫਿਰ ਇੱਕ ਹੋਰ ਵੀ ਗੱਲ ਹੈਗੀ ਹੈ ਕਿ ਮੇਰੇ ਸਾਥੀ ਕਿਹੜੇ ਨੇ। ਹੁਣ ਅਸੀਂ ਦੂਜੇ ਪਾਸੇ ਆ ਰਹੇ ਹਾਂ ਕਿ ਸੇ ਸੈਣ
से सजना जे गुरमुख मिलै सुभाए। I have to pull this up. Se sैन, sorry, let me find it out. से सैन से सजना जे गुरमुख मिलै सुभाए। से सैन से महला तीजा है, से सैन से सजना, सजन से ही नाल में केड़े एक पासे सीगा मनमुखां केड़ी दोस्ती, हुण है से सैन से सजना जे गुरमुख मिले सुवाए। ਉਹ ਸਾਡੇ ਸਾਥੀ ਨੇ ਜਿਹੜੇ ਗੁਰੂ ਵੱਲ ਮੂੰਹ ਕਰਕੇ ਮਿਲਦੇ ਨੇ, ਭਾਵ ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ। ਸਤਿਗੁਰ ਕਾ ਭਾਣਾ ਆਂਦੇ ਨ ਕਰੈ, ਸੇ ਸੱਚ ਰਹੇ ਸਮਾਏ। ਹੁਣ ਉਹ ਭਾਣੇ ਦੇ ਵਿੱਚ ਰਹਿੰਦੇ ਨੇ, ਉਹਦਾ ਭਾਣੇ ਦੇ ਅਕੋਰਡਿੰਗਲੀ ਜੀਵਨ ਬਤੀਤ ਕਰਦੇ ਨੇ ਤੇ ਸੱਚ ਦੇ ਵਿੱਚ ਸਮਾਏ ਰਹਿੰਦੇ ਨੇ। ਅਮਲਗਾਮੇਸ਼ਨ। ਦੂਜੇ ਭਾਏ ਲੱਗੇ ਸੱਜਣ ਨਾ ਆਖੀਏ। ਹੁਣ ਇਸ ਤੋਂ ਵਧੀਆ ਕਲੈਰਿਟੀ ਹੋਰ ਕੋਈ ਨਹੀਂ ਹੋ ਸਕਦੀ ਜੋ ਮਾਲਕ ਜੀ ਦੇ ਰਹੇ ਨੇ। ਕ੍ਰਿਸਟਲ ਕਲੀਅਰ ਹੈ ਕਿ ਸੱਜਣ ਕਿਹੜਾ ਹੈ ਮੇਰਾ। ਅਸੀਂ ਤੇ ਆਮ ਭਾਸ਼ਾ 'ਚ ਕਹਿੰਦੇ ਆਓ ਸੱਜਣ ਜੀ, ਪਰ ਬਾਣੀ ਕਹਿੰਦੀ ਆਓ ਸੱਜਣ ਤੂੰ ਮੁੱਖ ਲੱਗ, ਮੇਰਾ ਤਨ ਮਨ ਠੰਡਾ ਹੋਏ। ਹੋਇਆ ਕਦੀ ਮੈਂ ਕਿਸੇ ਇਹੋ ਜਿਹੇ ਸੱਜਣ ਨੂੰ ਮਿਲਿਆ ਹਾਂ ਜਦੋਂ ਮੇਰਾ ਤਨ ਮਨ ਠੰਡਾ ਹੋ ਗਿਆ ਹੋ। ਦੂਜੇ ਪਾਏ ਲੱਗੇ ਸੱਜਣ ਨਾ ਆਖੀਏ, ਜੇ ਅਭਿਮਾਨ ਕਰੈ ਵੇਕਾਰ, ਮਨਮੁਖ ਆਪ ਸਵਾਰਥੀ, ਕਾਰਜ ਨਾ ਸਕੈ ਸਵਾਰ। ਜਿਹੜਾ ਆਪ ਸਵਾਰਥੀ ਉਹ ਕਿਸੇ ਦਾ ਕੰਮ ਕੀ ਸਵਾਰੇਗਾ। ਨਾਨਕ ਪੂਰਬ ਲਿਖਿਆ ਕਮਾਵਣਾ, ਕੋਈ ਨਾ ਮੇਕਣ ਹਾਰ। ਬੀਜਿਆ ਆਪਣਾ ਹੀ ਹੋਇਆ, ਕੋਈ ਕੁਛ ਨਹੀਂ ਕਰ ਸਕਦਾ। ਅਸੀਂ ਇਹ ਪੜ੍ਹ ਕੇ ਆਏ ਸਾਂ ਕਿ ਨਾਨਕ ਔਗਣ ਜੇਤੜੇ ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ, ਜੇ ਗੁਣ ਹੋਣ ਤਾਂ ਕੱਟੀਆਂ, ਸੇ ਭਾਈ ਸੇ ਵੀ। ਸੋ ਜਿਹੜੇ ਅਕਾਲ ਪੁਰਖ ਦੇ, ਜਿਹੜੇ ਗੁਰੂ ਜੀ ਦੇ, ਵਾਹਿਗੁਰੂ ਦੇ ਗੁਣ ਨੇ ਨਾ, ਉਹ ਮੇਰੇ ਸੱਜਣ ਨੇ। ਹੁਣ ਅਸੀਂ ਉੱਥੇ ਆ ਸਕਦੇ ਹਾਂ ਜੋ ਪਰਮਿੰਦਰ ਜੀ ਨੇ ਪੁਆਇੰਟ ਆਊਟ ਕੀਤਾ ਕਿ ਉਹ ਗੁਣਾਂ ਦੇ ਸੰਚਾਲਕ ਜਿਹੜੇ ਨੇ ਨਾ, ਜਿਹੜੇ ਵਰਚੂਅਸ ਰਾਈਚੀਅਸਨੈਸ ਦੇ ਥਾਟਸ ਨੇ, ਉਹ ਇਰਪਟ ਹੋਣੇ ਨੇ, ਉਹ ਐਵੋਲੂਟ ਹੋਣੇ ਨੇ ਸਤ ਸੰਤੋਖ ਦਇਆ ਧਰਮ ਸੱਚ। ਉਹਨਾਂ ਨੇ ਉੱਥੋਂ ਆਉਣਾ। ਪਰ ਉਹ ਕਿੱਦਾਂ ਮੇਰੇ ਅੰਦਰ ਆਣਗੇ ਜਦੋਂ ਮੇਰੇ ਅੰਦਰ ਪੰਜ ਜਿਹੜੇ ਨੇ ਉਹ ਪਹਿਲੇ ਹੀ ਟੱਪਦੇ ਫਿਰਦੇ ਨੇ। ਜਦੋਂ ਤੱਕ ਉਹ ਸੈਕ ਨਹੀਂ ਹੁੰਦੇ, ਉਹਨਾਂ ਨੂੰ ਸੈਕ ਕਰਨ ਦੇ ਲਈ ਮੈਨੂੰ ਗੁਰੂ ਦਾ ਸ਼ਬਦ, ਗੁਰਬਾਣੀ, ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਉਹ ਸੱਜਣ ਚਾਹੀਦਾ। Does it make sense? ਪਰਮਿੰਦਰ ਜੀ ਅਨਮਿਊਟ। ਹਾਂਜੀ ਹਾਂਜੀ, ਸੌਰੀ ਜੀ। ਉਹ ਸੈਕ ਕਰ ਪੈਣਗੇ ਜੀ। ਗੁਰਬਾਣੀ ਕਹਿੰਦੀ ਹੈ ਕਿ ਪੰਚ ਮਨਾਏ ਪੰਚ ਰੁਸਾਏ, ਪੰਚ ਰੁਸਾਏ ਪੰਚ ਵਸਾਏ, ਪੰਚ ਵਸਾਏ ਪੰਚ ਗਵਾਏ, ਇਨ ਬਿਦ ਨਗਰ ਗੁਠਾ ਮੇਰੇ ਭਾਈ, ਦੁੱਤਰ ਗਿਆ ਗੁਣ ਗਿਆਨ ਦ੍ਰਿੜਾਈ। ਜਦੋਂ ਇਹ ਪੰਜ ਸਾਡੇ ਰੁੱਸਣਗੇ ਤੇ ਤਾਂ ਹੀ ਦੂਸਰੇ ਪੰਜਾਂ ਦੀ ਐਂਟਰੀ ਹੋਏਗੀ। ਅਦਰਵਾਈਜ਼ देयर इज ओनली वन। ਨਹੀਂ ਸੌਰੀ, ਥੋੜਾ ਜਿਹਾ ਰੁੱਸਣਗੇ ਮਤਲਬ ਉਹਨਾਂ ਨੂੰ ਜੇ ਬਾਹਰ ਕੱਢਿਆ ਜਾਏਗਾ, ਉਹਨਾਂ ਨੂੰ ਰੁਸਾਵਾਂਗੇ, ਉਹਨਾਂ ਨੂੰ ਧੱਕਾ ਦੇ ਕੇ ਬਾਹਰ ਕੱਢਣਾ ਦੂਜਿਆਂ ਨੂੰ। ਉਹ ਆਪਣੇ ਦੇਸ਼ 'ਚ ਹੁੰਦਾ ਸੀ ਨਾ, ਪੁਰਾਣਾ ਇੱਕ ਟ੍ਰੈਂਡ ਹੁੰਦਾ ਸੀ ਵੀ ਕਿਰਾਏਦਾਰ, ਆਪਾਂ ਇੱਥੇ ਆ ਗਏ, ਮਕਾਨ ਦੇ ਦਿੱਤਾ ਉੱਥੇ ਤੇ ਕਿਰਾਏ ਤੇ ਉਹ ਕਿਰਾਏਦਾਰ ਮਾਲਕ ਬਣ ਗਿਆ ਤੇ ਅਸੀਂ ਜਦੋਂ ਗਏ ਕੋਈ ਸਾਲਾਂ ਬਾਅਦ ਤੇ ਉਹ ਕਹਿੰਦਾ ਜੀ ਅਸੀਂ ਤਾਂ ਦਿੰਦੇ ਨਹੀਂ, ਖਾਲੀ ਨਹੀਂ ਕਰਦੇ। ਤੇ ਫਿਰ ਅਸੀਂ ਉਹ ਕੁਝ ਗਰੁੱਪ ਹਾਇਰ ਕਰੀਦੇ ਸੀ, ਕੁਝ ਲੋਕਾਂ ਦਾ ਇਹ ਕੰਮ ਸੀਗਾ ਮਕਾਨ ਖਾਲੀ ਕਰਾਉਣਾ।
ਤੇ ਉਹ ਕੀ ਕਰਦੇ ਸੀ, ਮਤਲਬ ਮੋਮੋ ਠਗਣਾ ਬਣ ਕੇ ਕਹਿੰਦੇ ਸੀ ਵੀ ਇੱਕ ਕਮਰਾ ਸਾਨੂੰ ਦੇ ਦਿਓ, ਅਸੀਂ ਕਦੀ ਆਣਾ ਹੁੰਦਾ। ਅਗਲਿਆਂ ਨੇ ਕਹਿਣਾ ਚਲ ਠੀਕ ਹੈ, ਏਡਾ ਵੱਡਾ ਮਕਾਨ, ਇਹਨੇ 2 ਮਹੀਨੇ ਲਈ ਆਣਾ, ਲੈ ਲੈ ਕਮਰਾ। ਉਹ ਕਮਰੇ ਨੂੰ ਤਾਲਾ ਮਾਰ ਕੇ ਉਹਨਾਂ ਨੇ ਐਸਾ ਖੌਰੂ ਪਾਣਾ ਨਾ ਉੱਥੇ, ਕਿ ਉਹ ਜਿਹੜੇ ਸੋ ਕਾਲਡ ਕਬਜ਼ਾ ਕਰਕੇ ਬੈਠੇ ਹੁੰਦੇ ਸਾਨੂੰ ਖਾਲੀ ਕਰ ਜਾਂਦੇ ਸੀ। ਮੈਨੀ ਕੇਸਿਸ 'ਚ ਏਦਾਂ ਹੁੰਦਾ ਸੀ। ਤੇ ਵਕੀਲਾਂ ਦੇ ਕੋਲ ਇਹੋ ਜਿਹੇ ਲੋਕ ਹੁੰਦੇ ਸਨ। ਸੁਣਿਆ ਸੀਗਾ ਕਿ ਜਿਹੜਾ ਦਿੱਲੀ ਦਾ ਉਹ ਹੈਗਾ ਮਨਜਿੰਦਰ ਸਿੰਘ, ਉਹ ਵੀ ਇਹੀ ਕੰਮ ਹੀ ਕਰਦਾ, ਪਿੱਛੇ ਸੁਣਿਆ ਸੀ। ਐਨੀਵੇ, ਸੋ ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ, ਜਿੱਥੇ ਲੇਖਾ ਮੰਗੀ ਹੈ, ਉਹਨੇ ਲੇਖਾ ਕਿਹੜਾ ਹੈ? ਆਪਾਂ ਥੋੜੀ ਜਿਹੀ ਗੱਲਬਾਤ ਕਰੀਏ ਜੀ। ਕਿਹੜਾ ਲੇਖਾ ਮੰਗਿਆ ਜਾਣਾ ਮੇਰੇ ਕੋਲੋਂ, ਤੇ ਕਿਸ ਮੰਗਣਾ ਹੈ? ਅਨਮਿਊਟ ਕਰ ਲਓ ਤੇ ਕਿੱਥੇ ਖੜੇ ਦਿਸਣ। ਹਾਂਜੀ, ਐਨੀਵਨ? ਜਿਹੜਾ ਅੱਜ ਮੈਂ ਕੰਮ ਕੀਤਾ ਉਹ ਮੇਰਾ ਕਰਮ ਬਣ ਗਿਆ, ਤੇ ਉਸ ਕਰਮ ਦਾ ਲੇਖਾ ਮੈਨੂੰ ਦੇਣਾ ਪਏਗਾ, ਭਾਵੇਂ ਉਹ ਚੰਗਾ ਹੈ ਭਾਵੇਂ ਮਾੜਾ। ਤੇ ਔਰ ਜਿਹੜਾ ਉਹ ਕਰਮ ਹੈ, ਇਟ ਆਲ ਅਰਾਈਜ਼ਸ ਫਰਮ ਅ ਥਾਟ। ਤੁਹਾਡੇ ਥਾਟ ਪ੍ਰੋਸੈਸ ਨਾਲ ਤੁਹਾਨੂੰ ਉਹ ਪ੍ਰੇਰਦਾ ਉਹ ਕਰਮ ਕਰਨ ਲਈ, ਭਾਵੇਂ ਉਹ ਝੂਠ ਬੋਲਣਾ, ਭਾਵੇਂ ਮਾਇਆ ਪਿੱਛੇ ਦੌੜਨਾ, ਤੇ ਭਾਵੇਂ ਠੱਗੀ ਮਾਰਨੀ ਹੈ। Yeah. ਹੋਰ ਕੋਈ anyone? I think Anyone your else? conscious is your ਲੁਥਰਾ ਜੀ, ਤੁਹਾਡੇ ਜਿੱਦਾਂ ਕਈ ਵਾਰੀ ਮੇਰੀ ਸਿਰੀ ਆ ਰਹੀ ਹੁੰਦੀ ਨਾ, ਉਹ ਬੜਾ ਆਕਵਰਡ ਜਿਹਾ ਲੱਗਦਾ, ਥੋੜਾ ਜਿਹਾ ਟਿਲਟ ਕਰ ਲਓ ਆਪਣੀ ਪਿਕਚਰ ਨੂੰ, ਸਕਰੀਨ ਨੂੰ। ਹਾਂਜੀ, ਇਹ ਠੀਕ ਹੈ। ਹਾਂਜੀ ਭੈਣ ਜੀ, ਸੌਰੀ। ਨਹੀਂ, ਮੈਂ ਕਹੀ ਆਪਣੀ ਕੌਨਸ਼ੀਅਸ ਜਿਹੜੀ ਹੈ, ਜੇ ਕੋਈ ਗੱਲ ਕੰਮ ਕਰੋ ਤਾਂ ਆਪਣੀ ਕੌਨਸ਼ੀਅਸ ਜਿਹੜੀ ਹੈ ਉਹੀ ਤੁਹਾਨੂੰ। ਹਾਂਜੀ, ਠੀਕ ਹੈ। What else? ਹੋਰ ਕੀ ਹੈ? ਪਿੰਦਰਜੀਤ, ਵੀਨਾ ਜੀ, ਅਮਰਜੀਤ, ਕੁਛ ਨਹੀਂ? ਚਲੋ, ਕਾਰ ਸਿੰਘ। ਹਾਂ, ਇਹ ਜਿਹੜੇ ਵਿਕਾਰ ਨੇ ਨਾ, ਇਹ ਜਿਸ ਤਰ੍ਹਾਂ ਲੈਂਡਲੋਰਡ ਜਾਂ ਕੰਮ ਤੇ ਬੌਸ ਨਹੀਂ ਹੁੰਦਾ, ਮੈਨੇਜਰ ਜਾਂ ਓਨਰ, ਤੇ ਇਹ ਪੁੱਛਦੇ ਨੇ ਆ ਕੇ ਵੀ ਅੱਜ ਕੀ ਕਮਾਇਆ ਖੱਟਿਆਈ, ਮੇਰੇ ਵਾਸਤੇ ਦੱਸ ਕੀ ਹੈ। ਹੁਣ ਗਰੀਬ ਨੇ ਜਦੋਂ ਅਟੈਕ ਕੀਤਾ ਨਾ, ਉਹਨੇ ਕਹਿਣਾ ਵਿਖਾ ਅੱਜ ਕੀ ਕੱਢ, ਅੱਜ ਕਿਹਨੂੰ ਠੱਗਿਆ ਜੀ। ਓਕੇ, ਤੇ ਜਦੋਂ ਜਿਹੜਾ ਦੂਜਾ ਮੇਰਾ ਹੈਗਾ ਵਾ ਲਸਟ ਆ, ਉਹਨੇ ਆਖਣਾ ਦੱਸ ਅੱਜ ਕਿਹੜੀ ਬੀਬੀ ਵੱਲ ਮਾੜੀ ਨਿਗਾਹ ਨਾਲ ਤੂੰ ਵੇਖਿਆ, ਦੱਸ ਕਿਹੜੀ ਵੱਲ ਵੇਖਿਆ ਜੀ ਹੈ। ਸਿਮਿਲਰਲੀ ਅੱਜ ਈਗੋ ਕਿੰਨੀ ਕੀਤੀ ਆ ਇਹ ਨਾ, ਇਹ ਦੇ ਵਾਂਟ percentage of you, so they want to use your mind and body, to enjoy themselves. So that's, when they come and that's kind of attack to you, or they ask, they share from you what you have done for us, let me see, how we can benefit these ਜਿਹੜੇ ਸਾਡੇ ਵਿਕਾਰ ਨੇ। ਤੇ ਜੇ ਹੁਣ ਉਹਦੇ ਮੁਕਾਬਲੇ ਤੇ ਜੇ ਮੇਰੇ ਕੋਲ ਸੱਜਣ ਹੋਏਗਾ ਸੰਤੋਖ, ਤੇ ਉਹ ਗਰੀਡ ਨੂੰ ਡਿਫੈਂਡ ਕਰੇਗਾ, ਤੇ ਡਿਫੈਂਡ ਹੀ ਨਹੀਂ ਕਰੇਗਾ ਬਲਕਿ ਉਹਨੂੰ ਡਿਫੀਟ ਵੀ ਕਰੇਗਾ। ਅੱਛਾ, ਹੁਣ ਜਿੱਥੇ ਲਸਟ ਆਏਗਾ ਉੱਥੇ ਮੇਰਾ ਉੱਚਾ ਆਚਰਣ, ਜਿੱਦਾਂ ਮੈਂ ਕਹਿੰਦਾ ਵੀ ਮੇਰੀ ਧੀ ਭੈਣ ਵੱਲੇ, ਮੇਰੀ ਮਾਂ ਵੱਲੇ, ਮੇਰੀ ਵਾਈਫ ਵੱਲੇ ਕੋਈ ਮਾੜੀ ਨਿਗਾਹ ਨਾ ਵੇਖੇ। ਅੱਛਾ, ਮੈਂ ਤੇ ਕਹਿੰਦਾ ਮੇਰੀ ਧੀ ਭੈਣ ਵੱਲੋਂ ਕੋਈ ਮਾੜੀ ਨਾ ਦੇਖੇ, ਤੇ ਮੈਨੂੰ ਫਿਰ ਕੀ ਹੱਕ ਹੈ ਲੋਕਾਂ ਦੀਆਂ ਧੀਆਂ ਭੈਣਾਂ ਵੱਲੋਂ ਮਾੜਾ ਵੇਖਣ ਵਾਸਤੇ। ਉੱਥੇ ਫਿਰ ਜਦੋਂ ਇਹ ਸੈਂਸਰੀ ਔਰਗਨ ਜਿਹੜੇ ਨੇ, ਅੱਖਾਂ ਜਦੋਂ ਇਨਪੁਟ ਦੇਣਗੀਆਂ ਲਸਟ ਪ੍ਰਤੀ, ਤੇ ਉੱਥੇ ਮੇਰਾ ਉੱਚਾ ਜਿਹੜਾ ਆਚਰਨ ਹੈ ਨਾ, ਉਹ ਡਿਫੈਂਡ ਕਰੇਗਾ। ਉਹ ਕਰੇਗਾ ਨਹੀਂ ਕਾਰ ਸਿੰਘ, ਇਹ ਤੇਰਾ ਰਸਤਾ ਨਹੀਂ ਗਾ, ਇਹ ਤੇਰਾ ਰਾਹ ਨਹੀਂ ਗਾ।
ਦੇਖੋ ਹਾਊ ਗੁਣ ਤੇ ਅਵਗੁਣ ਕਲਾਈਡ ਕਿੱਦਾਂ ਕਰਦੇ ਇੱਕ ਦੂਜੇ ਨਾਲ। ਸੋ ਦੈਟਸ ਵਾਈ ਕਿੱਥੇ ਖੜੇ ਦਿਸਣ ਤਾਂ ਹੀ ਆ ਵੀ ਜਿਹੜੇ ਤੇਰੇ ਵਰਚੂਜ਼ ਨੇ ਨਾ, ਜਿਹੜੇ ਤੂੰ ਅੰਦਰ ਸਟੋਰ ਕੀਤੇ ਆ, ਉਹਨਾਂ ਦੀ ਦੇਖੋ ਵੀ ਜਿਹੜੇ ਵਿਕਾਰ ਆ ਸ਼ੌਰੇਜ ਤਾਂ ਉਹਨਾਂ ਦੀ ਕੋਈ ਨਹੀਂ ਗੀ। ਦੇ ਅਬੰਡੈਂਸ ਐਂਡ ਦੇ ਨੈਵਰ ਟਾਇਰਡ। ਸਿਮਿਲਰਲੀ ਜਿਹੜੇ ਮੇਰੇ ਵਰਚੂਜ਼ ਨੇ, ਮੇਰੇ ਗੁਣ ਆ, ਮੇਰੀ ਵਿਜ਼ਡਮ ਹੈ, ਮੇਰੀ ਸੂਝ-ਬੂਝ ਆ, ਥੱਕਦੀ ਇਹ ਵੀ ਨਹੀਂ, ਇਹ ਵੀ ਅਬੰਡੈਂਸ ਆ। ਪਰ ਇਹ ਲੜਾਉਣੀ ਆਉਣੀ ਚਾਹੀਦੀ ਮਨੁੱਖ ਨੂੰ ਵੀ ਹਾਊ ਟੂ ਕਲਾਈਡ ਦੈਮ ਜਦੋਂ ਅਟੈਕ ਹੋ ਜਾਂਦਾ। ਥੈਂਕ ਯੂ। ਵੈਰੀ ਗੁੱਡ, ਨਾਈਸਲੀ ਸੈਡ। ਇਸ ਤਰ੍ਹਾਂ ਆਪਾਂ ਇੰਟਰੋਸਪੈਕਟਿਵ ਕਰਨੀ ਹੈ ਗੱਲ। ਸੱਜਣ ਕਿਹੜਾ ਹੈ ਮੇਰਾ? ਮੇਰਾ ਅੱਖ ਆਦਤ ਪਈ ਹੋਈ ਹੈ ਉਹਨੂੰ ਜਿਹੜੀ ਭੈੜਾ ਦੇਖਣ ਦੀ, ਕੰਨ ਨੂੰ ਆਦਤ ਪਈ ਹੋਈ ਹੈ ਮਾੜਾ ਸੁਣਨ ਦੀ, ਜ਼ੁਬਾਨ ਨੂੰ ਆਦਤ ਹੈ ਮਾੜਾ ਬੋਲਣ ਦੀ, ਨਿੰਦਾ ਚੁਗਲੀ, ਇਹਨਾਂ 'ਚ ਮੈਂ ਕਿੰਨਾ ਪਤੀਜਦਾ, ਕਿੰਨਾ ਮੇਰਾ ਮਨ ਲੱਗਦਾ, ਮਜ਼ਾ ਆ ਜਾਂਦਾ, ਟਾਈਮ ਦਾ ਪਤਾ ਹੀ ਨਹੀਂ ਲੱਗਦਾ। ਇਹ ਪਾਰਟੀਆਂ 'ਚ ਅਸੀਂ ਕਰਦੇ ਕੀ ਆ? ਕਿਸੇ ਦੇ ਘਰ ਜਾਈਏ, ਕੁਛ ਕਰੀਏ, ਕਦੀ ਬੈਠ ਕੇ ਕਿਸੇ ਨੇ ਕਿਹਾ ਜੀ ਆਓ ਹੁਣ ਪਾਠ ਕਰਨ ਤੋਂ ਬਾਅਦ ਸਿਰਫ ਪਾਠ ਹੀ ਕਰੀ ਜਾਈਏ। ਜੇ ਸ਼ਾਮ ਨੂੰ ਗਏ ਆ ਤੇ ਸੋਦਰ ਦੇ ਪਾਠ ਦੇ ਬਾਅਦ ਚਲੋ ਹੁਣ ਸੁਖਮਨੀ ਕਰ ਲਈਏ, ਚਲੋ ਜਪਜੀ ਕਰ ਲਈਏ। ਜੇ ਇਹੋ ਜਿਹਾ ਹੋਵੇ ਤੇ ਬੰਦਾ ਮੇਰੇ ਵਰਗਾ ਕਹਿਣ ਲੈ ਇਹਦੇ ਨਾਲ ਤਾਂ ਗੁਰਦੁਆਰਾ ਹੀ ਚੰਗਾ ਸੀਗਾ, ਇੱਕ ਹੋਰ ਗੁਰਦੁਆਰਾ ਅਟੈਂਡ ਕਰ ਲਿਆ ਜੀ। ਕਿਉਂਕਿ ਸਾਡਾ ਕੰਮ ਨਹੀਂ ਹੈ। ਜਦੋਂ ਮੇਰੀ ਅੱਖ ਕਹਿੰਦੀ ਆ, ਹੁਣ ਕੌਣ ਕਹਿੰਦਾ ਮੇਰੀ ਅੱਖ ਨੂੰ ਕਿ ਤੂੰ ਇੱਧਰ ਦੇਖ? ਮੇਰਾ ਮਨ। ਮੇਰਾ ਮਨ ਜਿਹੜਾ ਵਿਕਾਰਾਂ ਦੇ ਵਿੱਚ ਗ੍ਰਸਤ, ਉਧਰੋਂ ਪੁੱਛ ਲੈਂਦਾ, ਉਧਰੋਂ ਸੋਚ ਲੈਂਦਾ, ਅੱਗਰ ਦੇ ਦਿੰਦਾ, ਅੱਖ ਨੂੰ ਕਹਿੰਦਾ ਤੂੰ ਦੇਖ। ਪਰ ਜਿਹੜੀ ਮੇਰੀ ਵਿਵੇਕ ਬੈਠੀ ਨਾ, ਜਿਹੜੀ ਮੇਰੇ ਵਿਲ ਟੂ ਚੂਜ਼ ਦੇ ਵਿੱਚ ਹੈ, ਜਿੱਥੇ ਮੇਰੀ ਮਰਜ਼ੀ ਹੈ, ਉਹ ਕਹਿੰਦੀ ਓਏ ਪਾਗਲਾ, ਤੂੰ ਆਪਣੇ ਆਪ ਨੂੰ ਗੁਰਮੁਖ ਕਹਿਣਾ, ਦਾੜੀ ਤੇਰੀ ਚਿੱਟੀ ਹੋ ਗਈ ਹੈ ਤੇ ਤੂੰ ਕਹਿਣਾ ਕਿ ਤੂੰ ਬੜਾ ਗੁਰਮੁਖ ਹੈ, ਤੂੰ ਬੜਾ ਕਲਾਸਾਂ ਅਟੈਂਡ ਕਰਦਾ, ਤੂੰ ਕੀਰਤਨ ਕਰਦਾ, ਤੂੰ ਕਥਾ ਕਰਦਾ, ਬਾਣੀ ਬੜੀ ਪੜ੍ਹਦਾ, ਤੇ ਤੂੰ ਮਾੜਾ ਦੇਖੇਗਾ। ਤੈਨੂੰ ਕਿਹਾ ਸੀਗਾ ਇਹ ਨੇਤਰੋ ਮੇਰਿਓ ਹਰ ਤੁਮੈ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਤੇ ਫਿਰ ਮੈਨੂੰ ਸ਼ਰਮ ਆ ਜਾਂਦੀ। ਜਦੋਂ ਸ਼ਰਮ ਆਉਂਦੀ ਤੇ ਮੈਂ ਕਹਿੰਦਾ ਨਹੀਂ ਨਹੀਂ ਮੈਂ ਨਹੀਂ ਦੇਖਣਾ ਇੱਧਰ। ਸੋ ਇਹ ਨਾਲ ਦੇ ਨਾਲ ਚੱਲਦੀਆਂ ਪਈਆਂ ਨੇ ਸਾਡੀਆਂ ਸਾਰੀਆਂ ਖੇਡਾਂ ਜਿਹੜੀਆਂ ਨੇ। ਵਿਵੇਕ ਦਾ ਉਹ ਹੈ ਨਾ, ਚੱਲ ਰੇ ਬੈਕੁੰਠ ਤੁਝੇ ਰਹਿ ਤਾਰੋਂ ਹਿਚੈ ਤਾਂ ਪ੍ਰੇਮ ਕੇ ਚਾਬਕ ਮਾਰੋ। ਪਿਆਰ ਦੇ ਨਾਲ, ਕੋਈ ਲੜਾਈ ਥੋੜੀ ਹੈ ਮੇਰੀ ਸੋਚਾਂ ਦੇ ਨਾਲ। ਇਹ ਇੱਕ ਟ੍ਰੈਂਡ ਬਣਾਇਆ ਰੱਬ ਜੀ ਨੇ, ਮੇਰਾ ਇਮਤਿਹਾਨ ਪਾਇਆ ਕਿ ਮੈਂ ਤੈਨੂੰ ਇਧਰਲੇ ਪਾਸੇ ਲਾਈ ਰੱਖਣਾ। ਤੇ ਜਦੋਂ ਮੈਂ ਸਾਰਾ ਕੁਝ ਛੱਡ ਛਡਾ ਕੇ ਉਸ ਪਾਸੇ ਨੂੰ ਭੱਜਦਾ ਤੇ ਮੇਰੀ ਗੱਲ ਬਣ ਜਾਂਦੀ ਹੈ, ਮੈਨੂੰ ਸਮਝ ਆ ਜਾਂਦੀ ਹੈ। ਸੁਣਦੇ ਪਏ ਹੁਣੇ ਕਹਾਣੀਆਂ ਸੁਣਾਉਣ ਲੱਗੀਏ ਤੇ ਟਾਈਮ ਪਤਾ ਨਹੀਂ ਕਿੱਥੇ ਦਾ ਕਿੱਥੇ ਲੰਘ ਜਾਂਦਾ। ਅਸੀਂ ਕਹਿੰਦੇ ਹਾਂ ਇਹ ਠੀਕ ਹੈ, ਬੜਾ ਮਜ਼ਾ ਆਇਆ। ਪਰ ਜਿਸ ਤਰ੍ਹਾਂ ਹੀ ਇਹ ਆਂਦਾ ਯਾਰ ਗੱਲ ਸੁਣ, ਤੂੰ ਗੁਰਦੁਆਰੇ ਆਇਆ ਸੈਂ, ਘੰਟਾ ਭਰ ਤੇ ਤੂੰ ਕੀਰਤਨ ਸੁਣਿਆ ਬੰਦੇ ਦਿਆ ਪੁੱਤਾ, ਤੇ ਤੂੰ ਮੁੜ ਕੇ ਕਿਹੜੇ ਚੱਕਰ 'ਚ ਪੈ ਗਿਆ? ਤੇ ਫੇਰ ਕਹਿੰਦਾ ਨਹੀਂ ਯਾਰ ਅੱਗੇ ਤੋਂ ਨਹੀਂ ਕਰਾਂ। ਤੇ ਜਿੱਦਾਂ ਹੀ ਅਗਲੀ ਵਾਰੀ ਉਹ ਬੰਦਾ ਮੈਂ ਯਾਰ ਇਹਦੇ ਕੋਲੋਂ ਬਚੀ, ਇਹਨੇ ਤੇਰੇ ਕੰਨ ਖਰਾਬ ਕਰ ਜਾਣੇ ਤੇ ਮੁੜ ਕੇ ਤੂੰ ਆਪਣੇ ਆਪ ਨੂੰ ਚਪੇੜਾ ਮਾਰਨੋਂ ਬਾਜ ਨਹੀਂ ਆਣਾ। ਦਿਸ ਇਜ਼ ਆਲ ਪ੍ਰੈਕਟੀਕਲ। ਇਹ ਮੇਰੇ ਉਹ ਸੋਚ ਜਿਹਨੇ ਮੈਨੂੰ ਆਗਾਹ ਕਰ ਦਿੱਤਾ, ਅਵੇਅਰ। ਹੁਣ ਅਸਲੀ ਜਿਹੜੀ ਮੇਰੀ ਸਾਥੀ ਹੈ ਉਹ ਅਵੇਅਰਨੈਸ ਹੈ। ਉਹ ਨਹੀਂ 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 ਮੈਂ ਨਹੀਂ ਕਰਨਾ ਇਹ ਕੰਮ। ਇਹ ਜਿਹੜੀ ਗੱਲ ਵਿਵੇਕ, ਅਵੇਅਰਨੈਸ, ਐਕਚੁਅਲਾਈਜੇਸ਼ਨ ਜਿਹੜੀ ਸੋਚ ਹੈ ਉਹ ਵਾਲੀ, ਇੰਟਰੋਸਪੈਕਟਿਵ ਸੋਚ, ਰੈਟਰੋਸਪੈਕਟਿਵ ਸੋਚ, ਡਿਸਾਈਸਿਵ, ਪ੍ਰੀ ਡਿਸਾਈਸਿਵ, ਇਹ ਵਾਲੀ ਜਿਹੜੀ ਸੋਚ ਹੈ ਨਾ, ਉਹਨੇ ਮੈਨੂੰ ਬਚਾਉਣਾ। ਉਹ ਮੇਰਾ ਸੱਜਣ ਹੈ ਅਸਲੀ, ਹੈ ਨਾ ਜੀ। ਅੱਛਾ, ਗੱਲ ਇੱਥੇ ਤੱਕ ਹੀ ਹੋਈ ਹੈ।
ਇਹਨੂੰ ਆਪਾਂ ਥੋੜਾ ਜਿਹਾ ਹੋਰ ਜੇ ਕਿਸੇ ਨੇ ਕੋਈ ਗੱਲ ਕਹਿਣੀ ਹੈ ਤੇ ਕਹਿ ਸਕਦੇ ਹਾਂ, ਪਰ ਜੇ 5 ਮਿੰਟ ਹੋਰ ਲਾ ਲਈਏ ਤੇ ਉਜਲ ਕਹਿਹਾਂ ਚਿਲਕਣਾ, ਜਿੱਦਾਂ ਵੀਰ ਜੀ ਨੇ ਐਗਜ਼ਾਮਪਲ ਦਿੱਤੀ ਸੀ, ਜਿਸ ਤਰ੍ਹਾਂ ਕਹਿ ਦੇ ਭਾਂਡੇ 'ਚ ਬੜੀ ਚਮਕ ਹੁੰਦੀ ਹੈ, ਇਸ ਤਰ੍ਹਾਂ ਬੰਦੇ ਦੇ ਅੰਦਰ ਵੀ ਬੜੀ, ਬਾਹਰ ਵੀ ਬੜੀ ਚਮਕ ਹੈ। ਅੰਦਰ ਅਸੀਂ ਕਹਿੰਦੇ ਹਾਂ ਕਿੰਨੇ ਵੇਖਿਆ, ਬਾਹਰ ਲਿਸ਼ਕ ਪੁਸ਼ਕ ਕਰਕੇ ਚਲੇ ਜਾਓ, ਅਸੀਂ ਗੋਰਿਆਂ ਕੋਲੋਂ ਸਿੱਖਿਆ ਵੀ ਇਹੀ ਹੈ। ਬਾਹਰ ਉਹ ਵਿੰਡੋ ਡਰੈਸਿੰਗ ਬੜੀ ਸੋਹਣੀ ਹੋਵੇ ਤੇ ਅੰਦਰ ਭਾਵੇਂ ਉਤੋਂ ਉਹ ਕਹਿੰਦੇ ਉਤੋਂ ਬੀਬੀਆਂ ਦਾੜੀਆਂ ਤੇ ਵਿੱਚੋਂ ਕਾਲੇ ਕਾਂ, ਇਹ ਵੀ ਹੈਗਾ। ਜਦੋਂ ਉਹੋ ਜੀ ਗੱਲ ਹੋਵੇ, ਕਹਿ ਵਰਗੇ ਭਾਂਡੇ ਦਾ ਜਿਹੜਾ ਚਮਕਣਾ ਹੈ ਨਾ, ਉਹਦੀ ਕਿਆ ਬਾਤ ਹੈ, ਤੇ ਉਹਦੇ ਅੰਦਰ ਦੀ ਕਾਲਖ ਦੀ ਵੀ ਕਿਆ ਬਾਤ ਹੈ। ਜਿੰਨੀ ਵਾਰੀ ਮਰਜ਼ੀ ਧੋਈ ਜਾਓ ਉਹਨੂੰ, ਕਾਲਖ ਉਹਦੇ ਅੰਦਰੋਂ ਜਾਂਦੀ ਨਹੀਂ। ਤੇ ਮੈਂ ਕਿਹੜੇ ਦਾਅਵੇ ਤੇ ਕਹਿ ਸਕਦਾ ਜੀ ਕਿ ਮੈਂ ਗੁਰਬਾਣੀ ਵਿਚਾਰਦਾ, ਮੈਂ ਗੁਰਬਾਣੀ ਅਟੈਂਡ ਕਰਦਾ, ਤੇ ਮੈਂ ਹੁਣ ਸਮਝ ਆ ਗਈ ਮੈਨੂੰ, ਹੁਣ ਮੈਨੂੰ ਲੋੜ ਨਹੀਂ ਹੈ। ਕਿਸ ਅਥਾਰਟੀ ਨਾਲ, ਕਿਸ ਦਾਈਏ ਨਾਲ ਮੈਂ ਕਹਿ ਸਕਦਾ, ਜਦੋਂ ਕਿ ਘੋਟੇ ਮਕਾਲੜੀ ਮਾਸਾ ਬਾਰ-ਬਾਰ ਪਾਤਸ਼ਾਹ ਨੇ ਕਿਹਾ ਹੀ ਇਸੇ ਕਰਕੇ ਸੀ ਕਿ ਮਨ ਧੋਵੋ, ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲਾਏ। ਉਹਨਾਂ ਨੇ ਇੱਕ ਵਾਰੀ ਨਹੀਂ ਕਿਹਾ ਕਿ ਇੱਕੋ ਵਾਰੀ ਕਰ ਲਓ, ਕਹਿੰਦੇ ਕਰੀ ਚੱਲ, ਜਿੰਨੀ ਵਾਰੀ ਧੋਏਗਾ, ਕਿਉਂਕਿ ਜੇ ਇੱਕ ਵਾਰੀ ਧੋ ਲਿਆ ਸ਼ਬਦ ਦੇ ਨਾਲ ਲੱਗ ਕੇ ਤੇ ਮੁੜ ਕੇ ਧੋਣ ਦੀ ਲੋੜ ਨਹੀਂ। ਪਰ ਇਹਨੇ ਫੇਰ ਝੂਠਾ ਹੋ ਜਾਣਾ, ਇਹਨੇ ਫੇਰ ਕਾਲਖ ਲੱਗੀ ਰਹਿਣੀ, ਇਹਦੀ ਜਾਣੀ ਨਹੀਂ। ਹੁਣ ਅਸੀਂ ਦੇਖੀਏ ਆਪਣੇ ਸਰੀਰ ਵੱਲ, ਸਵੇਰੇ ਨਹਾ ਧੋ ਕੇ ਐਨ ਸਾਫ ਸੁਥਰੇ ਹੋ ਕੇ ਜਾਈਦਾ, ਸ਼ਾਮਾਂ ਨੂੰ ਕਿਤੇ ਪਾਰਟੀ ਜਾਣਾ ਹੋਵੇ ਫੇਰ ਕੱਪੜੇ ਬਦਲੀ ਦੇ, ਕਿਉਂ? ਕਹਿੰਦੇ ਯਾਰ ਕਲਰ ਮੈਲਾ ਹੋ ਗਿਆ, ਪਸੀਨੇ ਪਸੂਨੇ ਦੀ ਬੋ ਆ ਗਈ ਹੋਣੀ। ਚੰਗਾ ਭਲਾ ਕੱਪੜਾ ਸਵੇਰੇ ਪਾਇਆ, ਸ਼ਾਮਾਂ ਨੂੰ ਖਰਾਬ ਹੋ ਗਿਆ। ਚੰਗਾ ਭਲਾ ਰੋਟੀ ਸੋਹਣੀ, ਐਡੀ ਸਵਾਦ, ਮਹਿੰਗੀ, ਉਹ ਖਾਧੀ ਹੈ ਤੇ 2-4-6 ਘੰਟਿਆਂ ਨੂੰ ਮਲ ਹੋ ਗਈ। ਤੇ ਜਿਹੜੀ ਸੋਚ ਦਾ ਮੈਂ ਕਦੀ ਖਿਆਲ ਹੀ ਨਹੀਂ ਕੀਤਾ, ਭੈੜੀ ਦੀ ਭੈੜੀ ਰਹੀ, ਉਹਨੂੰ ਕਦੋਂ ਚੰਗਿਆ ਕਰਾਂਗਾ? ਜੇ ਮੇਰਾ ਸਰੀਰਕ ਭਾਂਡਾ ਜਿਹੜਾ ਏਡੀ ਛੇਤੀ ਮੈਲਾ ਹੋ ਜਾਂਦਾ ਹੈ, ਤੇ ਮੇਰੀ ਸੋਚ ਦਾ ਭਾਂਡਾ ਦਾ ਕੀ ਬਣੇਗਾ, ਜਿਹਦੇ ਅੰਦਰ ਬੈਠੇ ਬੈਠੇ ਉਹ ਜਿਹੜੀ ਆ ਬੂਰਾ ਜਿਹਾ, ਜਿਸ ਤਰ੍ਹਾਂ ਕਿਧਰੇ ਸਫਾਈ ਨਾ ਕਰੋ ਤੇ ਉਹ ਜਾਲੇ ਰੂਪੀ ਬੂਰਾ ਜਿਹਾ ਇਕੱਠਾ ਹੋ ਜਾਂਦਾ ਉੱਥੇ ਫੈਬਰਿਕ ਦਾ। ਹਾਂਜੀ, ਜਾਲਾ ਉਹ ਵੂਲ ਜੀ ਨਹੀਂ ਇਕੱਠੀ ਹੋ ਜਾਂਦੀ, ਮਤਲਬ ਮੈਨੂੰ ਪਤਾ ਨਹੀਂ, ਉਹ ਸਾਡੀ ਮੇਡ ਜਿਹੜੀ, ਮੈਨੂੰ ਤੇ ਉਹ ਪਤਾ ਵੀ ਉਹ ਕਹਿੰਦੀ ਹੈ ਪੋਲਵੋ, ਪੋਲਵੋ ਕਹਿੰਦੀ ਉਹਨੂੰ। ਤੇ ਸਾਨੂੰ ਪਤਾ ਲੱਗਿਆ ਵੀ ਉਹ ਜਿਹੜਾ ਕਾਲਾ ਜਿਹਾ ਗੁੱਦਾ ਜਿਹਾ ਬਣ ਜਾਂਦਾ ਨਾ, ਗੁੱਛਾ ਜਿਹਾ ਫੈਬਰਿਕ ਦਾ, ਜਿਸ ਤਰ੍ਹਾਂ ਹੁੰਦਾ ਨਾ, ਰੇਸ਼ੇ ਰੇਸ਼ੇ ਇਕੱਠੇ ਹੋ। ਸੋ ਕਹਿਣ ਦਾ ਮਤਲਬ ਵੀ ਗੱਲ ਤਾਂ, ਜਿਹਨੂੰ ਮੈਂ ਰੋਜ਼ ਸਵਾਰ ਕੇ ਸੰਭਾਲ ਕੇ ਪੜ੍ਹਿਆ, ਵਿਚਾਰਿਆ, ਵਿਚਰਿਆ ਉਹਦੇ ਨਾਲ ਆਪਣੇ ਸਰੀਰ ਨੂੰ, ਇਹ ਸਰੀਰ ਜਜਰੀ ਹੈ, ਇਸ ਕਰਕੇ ਤੇ ਜਜਰੀ ਕਿਹਾ ਸੀ। ਤੇ ਫਿਰ ਮੈਨੂੰ ਇਹ ਨਾ ਸਮਝ ਆਈ ਕਿ ਮੇਰੇ ਅੰਦਰ ਦਾ ਕੀ ਹਾਲ ਹੋਏਗਾ। ਮੈਨੂੰ ਇਹ ਨਾ ਸਮਝ ਆਈ ਕਿ ਧੋਤਿਆਂ ਝੂਠ ਨਾ ਉਤਰੇ, ਜੇ 100 ਧੋਆਂ ਤੇ ਪਾਤਸ਼ਾਹ ਨੇ ਤੇ ਸਮਝਾਤਾ, ਪਰ ਇਹ ਮਤ ਪਾਪਾਂ ਕੈ ਸੰਗੋ ਧੋ ਪਹਿਨਾਵੈ ਕਹਿ। ਜਿਸ ਤਰ੍ਹਾਂ ਤੂੰ ਕੱਪੜੇ ਰੋਜ਼ ਧੋਣਾ ਹੈ ਔਰ ਪੀਰੀਓਡਿਕਲੀ ਧੋਣਾ ਹੈ, ਇਸ ਤਰ੍ਹਾਂ ਤੂੰ ਆਪਣੀ ਮੱਤ ਨੂੰ ਵੀ ਧੋ ਭਾਈ, ਨਾਮ ਦੇ ਨਾਲ। ਮਨ ਧੋਵੋ, ਸ਼ਬਦ ਲਾਗੋ, ਹਰ ਸਿਉ ਰਹੋ ਚਿੱਤ ਲਾਏ। ਅੱਜ ਆਪਾਂ ਇੱਥੇ ਬਸ ਕਰਦੇ ਹਾਂ, ਅਗਲੀ ਵਾਰੀ ਫਿਰ ਇਹਨੂੰ ਲੈ ਕੇ ਚੱਲਾਂਗੇ ਅੱਗੇ। ਜਿਸ ਤਰ੍ਹਾਂ ਵੀਰ ਜੀ ਨੇ ਕਿਹਾ ਸੀਗਾ
कि ये सारे दा सारा मेटाफोरिक है। 6 स्टैंजे ने ते 6 दे 6 च मेटाफर है। किन्ना प्यो साडा सियाणा सी, किन्नी समझ रखदा सी, ते मैं किन्ना को सियाणा मैं अपने आप नूं सोचां ते समझां। इत्थे बस करदे हां जी। Any questions? Any take? Any intake? Take home? Nothing. चलो करिए जी समाप्ति। कारसन जी तुसी गल करनी सी कि मेरे तो ख्याल जिहा आया मन च ते मैं चलो ਕੱਢ ਹੀ ਲਵੇ ਪੜਾ ਸਾਹਿਬ ਦੀ। ਮੈਂ ਕਹਿੰਦਾ ਵੀ ਰੋਟੀ ਤੇ 3 ਵਾਰਾਂ ਖਾਈਦੀ ਹੈ ਨਾ ਦਿਹਾੜੀ ਦੀ। जी ਤੇ ਗੁਰਦੁਆਰੇ ਆਪਾਂ ਜਾਂਦੇ ਆ ਹਫਤੇ 'ਚ 1 ਵਾਰ ਹਨ। ਤੇ ਵੇਖੋ ਵੀ ਮੈਂ ਤਾਂ ਕਹਿੰਦਾ ਜਿਸ ਤਰ੍ਹਾਂ ਨਾ ਆਪਾਂ ਡਾਈਟਿੰਗ ਕਰਦੇ ਹਾਂ, ਅਸੀਂ 6-7 ਦਿਨ ਡਾਈਟ ਕਰਦੇ ਹਾਂ ਤੇ 7ਵੇਂ ਦਿਨ ਜਾਂਦੇ ਹਾਂ ਮਨ ਨੂੰ ਧੋਣ ਵਾਸਤੇ ਹੈ ਨਾ। ਤੇ ਜਿਸ ਤਰ੍ਹਾਂ 5-4 ਘੰਟੇ ਬਾਅਦ ਭੁੱਖ ਲੱਗ ਜਾਂਦੀ ਆ ਤੇ ਮਨ ਤੇ 5-4 ਘੰਟਿਆਂ ਦੀ ਗੱਲ ਬੜੀ ਦੂਰ ਦੀ ਆ, ਇਹ ਤੇ ਅਗਲੇ ਮਿੰਟ 'ਚ ਹੀ ਗੰਦਾ ਹੋ ਜਾਂਦਾ। या मिनटों मिनटी। It get dirty in no time. Yep. So that's how I say that. Okay. Yeah. हाँ जी बिल्कुल ठीक है। ਇੱਕ ਅੰਗ ਪਹਿਲਾਂ ਪਹਿਲੇ ਪਾਤਸ਼ਾਹੀ ਦਾ ਸ਼ਬਦ ਹੈ ਇਸੇ ਰਾਗ ਦੇ ਵਿੱਚ 728 ਦੇ ਵਿੱਚ। ਇਟ ਕੋਰਿਲੇਟ ਐਗਜ਼ੈਕਟ ਸੇਮ। ਜਪੋ ਤੋ ਏਕੋ ਨਾਮਾ, ਭਾਂਡਾ ਧੋਏ ਬੈਸ ਧੂਪ ਦੇਵੋ ਤੋ दूध ਦੇ ਕੋ ਜਾਓ। ਪਹਿਲੇ ਉਹਨੂੰ ਭਾਂਡੇ ਨੂੰ ਧੋ ਲਓ ਚੰਗੀ ਤਰ੍ਹਾਂ, ਫਿਰ ਉਹਨੂੰ ਸੁਕਾ ਲਓ, ਫਿਰ ਉਹਨੂੰ ਧੁੱਪੇ ਰੱਖੋ, ਉਹਨੂੰ ਸੈਨੀਟਾਈਜ਼ ਕਰੋ ਤਾਂ ਕਿ ਜਿਹਦੇ ਵਿੱਚ ਦੁੱਧ ਪੈਣਾ ਹੈ ਨਾ ਉਹ ਇੱਕਦਮ ਉਹ ਫਰੈਸ਼ ਹੋ ਜਾਏ, ਜਾਂ ਕਿ ਉਹ ਫਟੇ ਨਹੀਂ। ਕਿਉਂਕਿ ਜੇ ਭਾਂਡਾ ਚੰਗੀ ਤਰ੍ਹਾਂ ਸਾਫ਼ ਨਹੀਂ ਹੋਏਗਾ, ਮਾਂਜਿਆ ਨਹੀਂ ਹੋਏਗਾ, ਉਹ 'ਚ ਅਸੀਂ ਦੁੱਧ ਪਾਵਾਂਗੇ ਉਹ ਫਟ ਜਾਏਗਾ। ਤੇ ਇਹ ਗੁਰੂ ਸਾਹਿਬ ਕਹਿੰਦੇ ਭਾਂਡਾ ਧੋਏ ਬੈਸ ਧੂਪ ਦੇਵੋ ਤੋਂ दूध ਦੇ ਕੋ ਜਾਓ। ਦੁੱਧ ਲੈਣ ਤਾਂ ਅਸੀਂ ਜਾਈਏ, ਪਹਿਲੇ ਆਪਣੇ ਮਨ ਨੂੰ ਚੰਗੀ ਤਰ੍ਹਾਂ ਮਾਂਜ ਕੇ ਫਿਰ ਉਹਨੂੰ ਧੁੱਪੇ ਰੱਖ ਕੇ ਚੰਗੀ ਤਰ੍ਹਾਂ ਸੁਕਾਈਏ, ਫਿਰ ਉਹ ਜਦੋਂ ਭਾਂਡਾ ਸੈਨੀਟਾਈਜ਼ ਹੋ ਜਾਏ ਨਾ ਫਿਰ ਉਹਦੇ ਵਿੱਚ ਦੁੱਧ ਪਾਈਏ, ਤੇ ਤਾਂ ਫਿਰ ਉਹ ਦੁੱਧ ਫਟੇਗਾ ਨਹੀਂ। ਅਗਰ ਇਸ ਸ਼ਬਦ ਨੂੰ ਅਸੀਂ ਪੜ੍ਹੀਏ ਤੇ ਇਹ ਵਾਲਾ ਸ਼ਬਦ ਸਾਡੇ ਲਈ ਸਮਝਣ ਲਈ ਆਸਾਨੀ ਹੋ ਜਾਏਗੀ। थैंक यू। ਸੁਹੀ ਰਾਗ ਦੇ ਵਿੱਚ 728। या ठीक है जी, थैंक यू। ਔਰ ਜਿਹੜਾ ਸ਼ਬਦ ਅਸੀਂ ਕਰ ਰਹੇ ਹਾਂ ਇਹਦੇ ਵਿੱਚ ਮੈਂ 2 ਚੀਜ਼ਾਂ ਐਡ ਕਰਨਾ ਚਾਹਾਂਗਾ ਅਗਰ ਪਰਮਿਸ਼ਨ ਹੋਵੇ, ਅਗਰ ਇਟ ਇਜ਼ ਨਾਟ ਟੂ ਲੇਟ। एग्जाम्पल पता नहीं तुसी आज ही कर जाओ, मैं नहीं कह सकता अगली बारी करना, पता ना अगली बारी आओ ही ना, सो अजे ही कर जाओ भरा जी। नहीं जी अगली बारी आवांगे जी जरूर। सॉरी आई वाज एब्सेंट फॉर सो मेनी डेज। नहीं कोई गल नहीं, दैट्स ऑलराइट। हाँ जी हुक्म करो। मैं काफी देर तक ਕਾਫੀ ਸਾਲਾਂ ਤੱਕ ਆਸਾ ਦੀ ਵਾਰ ਦਾ ਪਾਠ ਸੁਣਿਆ ਤੇ ਮੈਨੂੰ ਜਦੋਂ ਵੀ ਆਉਂਦਾ ਸੀ ਸਮਝ ਨਹੀਂ ਸੀ ਆਉਂਦਾ। ਤੇ ਜਦੋਂ ਕਲਾਸ ਤੋਂ ਬਾਅਦ ਮੈਂ ਸਿੰਬਲ ਪੜ੍ਹਿਆ ਤੇ ਇਹ ਦਰਖਤ ਹੈ ਜਿਹੜਾ ਕਿ ਬੜਾ ਉੱਚਾ ਔਰ ਸੋਹਣਾ ਹੁੰਦਾ ਹੈ, ਲੇਕਿਨ ਇਹਨੂੰ ਜਿੰਨੇ ਵੀ ਫੁੱਲ ਔਰ ਫਲ ਲੱਗਦੇ ਆ ਉਹ ਬਕਬਕੇ ਹੁੰਦੇ ਆ। ਔਰ ਇਹਦੇ ਵਿੱਚ ਐਗਜ਼ਾਮਪਲ ਦਿੱਤਾ ਹੈ, ਔਰ ਜਿੱਦਾਂ ਆਸਾ ਦੀ ਵਾਰ ਦੇ ਵਿੱਚ ਕਹਿੰਦੇ ਵੀ ਅਤ ਧੀਰਜ ਅਤ ਮੁੱਚ, ਬੜਾ ਹੀ ਸੋਹਣਾ, ਬੜਾ ਹੀ ਉੱਚਾ, ਲੰਮਾ, ਧੀਰਕ ਮਤਲਬ ਲੰਬਾ ਚੌੜਾ ਤੇ ਸੋਹਣਾ ਦਰਖਤ ਹੈਗਾ, ਲੇਕਿਨ ਫਲ ਫਿੱਕੇ, ਫਲ ਬਕਬਕੇ। ਉਹਦੇ ਜਿਹੜੇ ਫੁੱਲ ਫਿੱਕੇ, ਫੁੱਲ ਬਕਬਕੇ। ਤੇ ਇਸੇ ਤਰ੍ਹਾਂ ਇਹੀ ਐਗਜ਼ਾਮਪਲ ਸੇਮ ਦਿੱਤੀ ਹੈ ਕਿ ਇਹ ਸਿੰਬਲ ਦੇ ਫਲ ਨੂੰ ਦੇਖ ਕੇ ਤੋਤਾ ਅਟਰੈਕਟ ਹੁੰਦਾ ਹੈ, ਲੇਕਿਨ ਉਹ ਜਦੋਂ ਖਾਂਦਾ ਤੇ ਉਹਦਾ ਮੂੰਹ ਕੌੜਾ ਹੁੰਦਾ ਤੇ ਉਹ ਕਿਸੇ ਕੰਮ ਦਾ ਨਹੀਂ ਹੁੰਦਾ। ਫਿਰ ਜਿਹੜਾ ਅੰਨਾ ਹੈ ਔਰ ਉਹਦੇ ਸਿਰ ਦੇ ਉੱਤੇ ਪੰਡ ਰੱਖੀ ਹੋਈ ਹੈ, ਤੇ ਪੈਂਡਾ ਪਹਾੜੀ ਕਿੱਦਾਂ ਜਾਏਗਾ? ਇੱਕ ਤੇ ਉਹਨੂੰ ਰਾਹ ਦਾ ਨਹੀਂ ਪਤਾ, ਹੱਥ ਸੋਟੀ ਘੋਨੀ ਤੇ ਸਿਰ ਦੇ ਉੱਤੇ ਪਾਪਾਂ ਦੀ ਪੰਡ ਰੱਖੀ ਹੈ। ਕਬੀਰ ਸਾਹਿਬ ਕਹਿੰਦੇ ਕਿ ਕਬੀਰ ਵਿਸ਼ਾ ਜਰਜਰਾ ਊਂਟੇ 6000 ਹਿਰਵੇ ਤਰ ਗਏ ਡੁੱਬੇ ਜਿਨ ਸਿਰ ਪਾਰ। ਅਸੀਂ ਆਪਣਾ ਤੇ ਸਾਨੂੰ ਪਤਾ ਨਹੀਂ, ਅਸੀਂ ਕਹਿੰਦੇ ਵੀ ਨਾਲ ਸਾਡੇ ਬੱਚੇ,
ਘਰ ਮਾਪੇ ਸਾਰੇ ਹੀ ਤਰ ਜਾਣ। ਸਾਨੂੰ ਇਹ ਨਹੀਂ ਪਤਾ ਕਿ ਸਾਡਾ ਜਿਹੜਾ ਬੇੜਾ ਹੈ ਜਿਹਦੇ ਵਿੱਚ ਅਸੀਂ ਸਵਾਰ ਹੋ ਕੇ ਇਹ ਦਰਿਆ ਜਿਹੜਾ ਪਾਰ ਕਰਨਾ ਹੈ, ਉਹਦੇ ਵਿੱਚ ਸਾਡੇ ਆਪ ਦੇ ਹੀ ਥਾਂ ਥਾਂ ਤੇ ਛੇਕ ਹੋਏ ਪਏ, ਅਸੀਂ ਪਾਰ ਲੰਘਣਾ ਕਿ ਨਹੀਂ ਲੰਘਣਾ। ਲੇਕਿਨ ਅਸੀਂ ਕੀ ਕਰਦੇ ਹਾਂ, ਅਸੀਂ ਹੋਰ ਪੰਡ ਹੋਰ ਭਰੀ ਜਾਂਦੇ, ਹੋਰ ਭਰੀ ਜਾਂਦੇ ਆ। ਤੇ ਉਹ ਕੀ ਕਹਿੰਦੇ ਕਬੀਰ ਸਾਹਿਬ ਕਿ ਸਾਡਾ ਡੁੱਬਣਾ ਜਿਹੜਾ ਫਿਰ ਇਹ ਡੈਫੀਨੇਟ ਹੀ ਹੈ। ਤੇ ਆਈ ਮੈਂ ਦੋ ਚੀਜ਼ਾਂ ਐਡ ਕਰਨੀਆਂ, ਫਿਰ ਇਟ ਵਿਲ ਕੰਟੀਨਿਊ, ਅਦਰਵਾਈਜ਼ ਇਟਸ ਗੋਇੰ ਟੂ ਟੇਕ ਮਚ ਟਾਈਮ। ਹਾਂਜੀ, ਫਰੀਜੀ ਦਾ ਵੀ ਹੈਗਾ ਵੀਰ ਜੀ, ਉਹ ਚੱਲਾਂ ਦੁਨੀਆ ਦਰ ਦਰਵੇਸ਼ੀ ਗਾਖੜੀ, ਚੱਲਾਂ ਦੁਨੀਆ ਭੱਤ, ਬੰਨ ਉਠਾਈ ਪੋਟਲੀ, ਕਿੱਥੇ ਵੰਜਾਂ ਕੱਤ। ਇਹ ਚਲੋ ਠੀਕ ਹੈ ਜੀ। ਚਲੋ ਕਾਰ ਸਿੰਘ ਜੀ ਦਿਓ ਵਾਰੀ ਹੁਣ। ਇਹ ਵਾਰੀ ਮੱਲੋ ਮੱਲੀ ਆ ਗਈ ਤੁਹਾਡੀ, ਭਾਗ ਚੰਗੇ ਤੁਹਾਡੇ। ਹੈ ਅਨਮਿਊਟ ਕਰ ਲਈ ਵੀਰ। ਮੈਂ ਸ਼ਬਦ ਕੱਢ ਲਾਵਾਂ ਜੀ, ਮੈਨੂੰ ਯਾਦ ਹੈ ਪਰ ਖਿਸਕ ਨਾ ਜਾਵੇ। ਹਾਂ ਚੰਗੀ ਗੱਲ ਹੈ, ਕਿਉਂਕਿ ਮਨ ਨੇ ਪੜਨਾ ਨਾ ਤੇ ਉਹ ਖਿਸ ਜਾਂਦਾ ਮਨ। ਇਹੀ ਤਾਂ ਗੱਲ ਕਰ ਰਹੇ ਹਾਂ ਜੀ, ਮਿੰਟੋ ਮਿੰਟੀ ਖਿਸ ਜਾ, ਲੱਗਦਾ ਆ ਵੀ ਹਾਂ ਪੱਕਾ ਕੰਮ ਹੀ ਹੈ, ਤੇ ਤਿਲਕਣ ਲੱਗਿਆ ਪਤਾ ਹੀ ਨਹੀਂ ਲੱਗਦਾ ਕਿੱਥੇ ਗਏ। ਹਮ ਦੇਖਾ ਤਾਂ ਡੂਬੀ ਹਲੇ। ਹਾਂ ਓਕੇ ਸੁਣ ਮਨ ਮਿੱਤਰ ਪਿਆਰਿਆ ਮਿਲ ਵੇਲਾ ਆਇਆ, जब लग जोवन सास है तब लग। एक ओंकार सतगुर प्रसाद, श्री राग महला पहला। मेरे मन लैलाहा कर जाहे, गुरमुख नाम सलाइया, हऊँ मैं निवरी पाए रहाओ। मेरे मन लैलाहा कर जाहे, गुरमुख नाम सलाइया, हऊँ मैं निवरी पाहे रहाओ। सुन मन मित्र प्यारिया, मिल वेला है ए, जब लग जोबन सास है, तब लग ए तन देह, तब लग ए तन दे। बिन गुण कम न आवी, है तेरी तन खे। मेरे मन लैलाहा कर जाहे, गुरमुख नाम सलाइया, हऊँ मैं निवरी पाहे। सुन सुन गंडन गंडिया, लिख पढ़ बुझे पार, तृष्णा निस अगली, हऊँ मैं रोग विकार। ओवे परवा तोलवा, गुरमत कीमत सार, ओवे परवाया तोलवा, गुरमत कीमत सार। मेरे मन लैलाहा कर जाहे, गुरमुख नाम सलाइया, हऊँ मैं निवरी पाहे। लख सियाणप जे करी, लख स्यों प्रीत मलाप, बिन संगत साधना तरापिया, बिन नावे दुख संताप। हर जप जीरा छुटिया, गुरमुख चीने आप,
ਮੇਰੇ ਮਨ ਲੈ ਲਾਹਾ ਕਰ ਜਾਹੇ ਗੁਰਮੁਖ ਨਾਮ ਸਲਾਈਐ ਹਉਮੈ ਨਿਵਰੀ ਪਾਹੇ ਤਨ ਮਨ ਗੁਰ ਪੈ ਵਿਚਿਆ ਮਨ ਦੀਆ ਸਿਰ ਨਾਲ ਤ੍ਰੇ ਭਵਨ ਖੋਜ ਟੰਡੋਲਿਆ ਗੁਰਮੁਖ ਖੋਜ ਨਿਹਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸਤਿਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਮੇਰੇ ਮਨ ਲੈ ਲਾਹਾ ਕਰ ਜਾਹੇ ਗੁਰਮੁਖ ਨਾਮ ਸਲਾਈਐ ਹਉਮੈ ਨਿਵਰੀ ਪਾਹੇ ਹਉਮੈ ਨਿਵਰੀ ਪਾਹੇ ਹਉਮੈ ਨਿਵਰੀ ਪਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਅਗਲੀ ਵਾਰੀ ਫਿਰ ਮਿਲਾਂਗੇ, ਇਸੇ ਸ਼ਬਦ ਨੂੰ ਗਾਂ ਤੋਰਾਂਗੇ। ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।